ਪੇਸ਼ ਹੈ ਪੰਜਾਬੀ ਲਿਖਾਰੀ ਅਮਰਜੀਤ ਚੰਦਨ ਦਾ ਲੇਖ ਸੰਨ 47 ਦੇ ਗੁਨਾਹਾਂ ਦਾ ਲੇਖਾ। ਆਵਾਜ਼ ਮਨਪ੍ਰੀਤ ਸਹੋਤਾ। ਕਿਸੇ ਬੀਜਿਆ ਏ ਤੁਸਾਂ ਵੱਢਣਾ ਏ, ਕਿਸੇ ਕੀਤੀਆਂ ਨੇ ਤੁਸਾਂ ਵਰਤਣਾ ਏ। ਆਪ ਵੇਲੇ ਸਿਰ ਪੁੱਛਣਾ ਗਿੱਛਣਾ ਸੀ, ਹੁਣ ਕਿਸੇ ਥੀਂ ਕੀ ਹਿਸਾਬ ਮੰਗੋ। ਪੰਜਾਬ ਦੇ ਉਜਾੜੇ ਬਾਰੇ ਫੈਜ਼ ਦੀ ਇਹ ਕੀਤੀ ਸ਼ਾਇਰੀ ਆਪਣੀ ਥਾਂ ਸਹੀ ਏ, ਪਰ ਤਾਰੀਖ ਮੋਇਆਂ ਤੋਂ ਜਿਉਂਦਿਆਂ ਤੋਂ ਹਰ ਵੇਲੇ ਹਿਸਾਬ ਮੰਗਦੀ ਏ। ਤਾਰੀਖ ਦੀ ਵਾਹੀ ਬੀਜੀ ਦਾ ਵੱਢ ਹਰ ਵੇਲੇ ਪਿਆ ਰਹਿੰਦਾ ਏ। ਪਹਿਲਕਿਆਂ ਦੀਆਂ ਕੀਤੀਆਂ ਮਗਰੋਂ ਆਉਣ ਵਾਲੀਆਂ ਨਸਲਾਂ ਨੂੰ ਭੁਗਤਣੀਆਂ ਪੈਂਦੀਆਂ ਨੇ। ਪੰਜਾਬ ਦੀ ਵੰਡ ਬਾਹਰਲਿਆਂ ਨੇ ਕੀਤੀ ਸੀ। ਇਹ ਪੰਜਾਬ ਦੇ ਲੋਕਾਂ ਤੋਂ ਪੁੱਛ ਕੇ ਨਹੀਂ ਸੀ ਕੀਤੀ ਗਈ। ਤਾਰੀਖ ਐਸੀ ਬਲਾ ਹੈ ਜੋ ਕਦੇ ਚੁੱਪ ਨਹੀਂ ਕਰਦੀ। ਇਹਦੇ ਕੋਲੋਂ ਕੁਝ ਵੀ ਲੁਕਿਆ ਨਹੀਂ ਹੁੰਦਾ। ਇਹ ਫੱਟ ਭਰਨ ਨਹੀਂ ਦਿੰਦੀ, ਲੂਣ ਭੁੱਕਦੀ ਰਹਿੰਦੀ ਹੈ। ਜਰਮਨ ਕਵੀ ਬ੍ਰੈਖਤ ਨੇ ਲਿਖਿਆ ਸੀ, ਜਦ ਲੱਗਿਆ ਫੱਟ ਭਰ ਜਾਵੇ ਤਾਂ ਇਹਦਾ ਪਿਆ ਨਿਸ਼ਾਨ ਵਧੇਰੇ ਦੁੱਖ ਦਿੰਦਾ ਏ। ਪੰਜਾਬੀ 47 ਨੂੰ ਆਜ਼ਾਦੀ ਕਰਕੇ ਯਾਦ ਨਹੀਂ ਕਰਦੇ। ਉਹ ਇਹਨੂੰ ਵੱਡੇ ਰੌਲੇ, ਘੱਲੂਘਾਰਾ, ਵੰਡ, ਵੰਡਾਰਾ, ਪਾੜਾ, ਦੰਗੇ ਫਸਾਦ ਕਹਿੰਦੇ ਹਨ। ਪੰਜਾਬੀ ਲਿਖਾਰੀਆਂ ਦੀਆਂ ਪੰਜਾਬੀ, ਉਰਦੂ, ਹਿੰਦੀ ਤੇ ਅੰਗਰੇਜ਼ੀ ਵਿੱਚ ਪਾਏ ਕੀਰਨਿਆਂ ਦੀਆਂ ਸੈਂਕੜੇ ਕਿਤਾਬਾਂ ਛਪ ਚੁੱਕੀਆਂ ਨੇ। ਯੂਨੀਵਰਸਿਟੀਆਂ ਦੇ ਖੋਜੀ ਪੋਥੇ ਲਿਖ-ਲਿਖ ਰੱਖੀ ਜਾਂਦੇ ਨੇ। ਚਿੱਤਰਕਾਰਾਂ ਨੇ ਚਿੱਤਰ ਬਣਾਏ। ਫਿਲਮਾਂ ਦੀ ਕੋਈ ਗਿਣਤੀ ਨਹੀਂ। ਪਾਈ ਕਹਾਣੀ ਦਾ ਸੀਨ ਇੱਕੋ ਹੁੰਦਾ ਏ, ਲੁੱਟਮਾਰ, ਜਬਰ ਜਨਾਹ, ਆਤਿਸ਼ਜ਼ਨੀ, ਕਤਲੋ-ਗਾਰਤ। ਨਾਂ ਥਾਂ ਬਦਲ ਲਓ, ਵਕੂਆ ਵਾਰਦਾਤ ਉਹੀ, ਸੀਨ ਸਾਰੇ ਉਹੀ। ਅਖੀਰ ਵਿੱਚ ਸ਼ਾਇਰ ਜੀ ਇਨਸਾਨੀਅਤ ਦਾ ਲੈਕਚਰ ਦੇ ਕੇ ਸਟੇਜ ਤੋਂ ਉਤਰ ਜਾਂਦੇ ਨੇ। ਇਸ ਅਜ਼ੀਮ ਡਰਾਮੇ ਦੇ 5 ਵੱਡੇ ਕਿਰਦਾਰ ਸਨ। ਹਰ ਪੰਜਾਬੀ ਨੇ ਆਪੋ ਆਪਣੀ ਪਸੰਦ ਦਾ ਵਿਲਨ ਬਣਾ ਰੱਖਿਆ ਏ, ਜਿਹਦੀ ਬਦਖੁਆਈ ਕਰਕੇ ਆਪਣਾ ਦਿਲ ਹੌਲਾ ਕਰ ਲੈਂਦਾ ਏ। ਮਾਊਂਟਬੈਟਨ, ਗਾਂਧੀ, ਨਹਿਰੂ, ਜਿਨਾਹ ਤੇ ਮਾਸਟਰ ਤਾਰਾ ਸਿੰਘ। ਸਾਰੇ ਤਾਰੀਖਦਾਨ ਦੱਸ ਚੁੱਕੇ ਨੇ ਕਿ 3 ਮਾਰਚ 1947 ਨੂੰ ਰਾਵਲਪਿੰਡੀ ਡਿਵੀਜ਼ਨ ਵਿੱਚ ਪਹਿਲੀ ਤੀਲੀ ਲਾਉਣ ਵਾਲੇ ਮੁਸਲਿਮ ਲੀਗੀ ਸਨ। ਉਹਨਾਂ ਮਾਸਟਰ ਤਾਰਾ ਸਿੰਘ ਦੇ ਪਿੰਡ ਦਾ ਜੱਦੀ ਘਰ ਸਾੜ ਦਿੱਤਾ ਸੀ ਤੇ ਉਹਦੇ ਚਾਚੇ ਨੂੰ ਕਤਲ ਕਰ ਦਿੱਤਾ ਸੀ। ਨਵਾਬ ਮਮਦੋਟ ਦੀ ਸ਼ਹਿ ਨਾਲ ਮੁਸਲਿਮ ਲੀਗੀ, ਮੁਕਾਮੀ ਮੁਸਲਮਾਨ ਪੁਲਸੀਏ, ਨਾਮ ਕਟੇ ਫੌਜੀ ਤੇ ਪਿੰਡਾਂ ਦਾ ਕੁਤੀੜ ਵਾਧਾ ਰਲ ਕੇ ਇਹ ਕਾਰਾ ਕਰਦਾ ਸੀ। ਉਦੋਂ ਪੱਛਮੀ ਪੰਜਾਬ ਵਿੱਚ ਮਾਰੇ ਗਏ ਹਿੰਦੂ ਸਿੱਖਾਂ ਦੇ ਕਤਲੇਆਮ ਦੇ ਬਦਲੇ ਵਿੱਚ ਐਨ ਇਹੀ ਕੁਝ ਇਸੇ ਤਰ੍ਹਾਂ ਹਿੰਦੂ ਸਿੱਖ ਫਸਾਦੀਆਂ ਨੇ ਪੂਰਬੀ ਪੰਜਾਬ ਵਿੱਚ ਦੁੱਗਣੀ ਗਿਣਤੀ ਵਿੱਚ ਮੁਸਲਮਾਨ ਮਾਰ ਕੇ ਕੀਤਾ ਸੀ। 47 ਦੇ ਉਜਾੜੇ ਵਿੱਚ ਮਰਿਆਂ ਦੀ ਕੁੱਲ ਗਿਣਤੀ 10 ਲੱਖ ਤੇ ਉਜੜਿਆਂ ਦੀ 1 ਕਰੋੜ ਦੱਸੀ ਜਾਂਦੀ ਹੈ। ਉਜਾੜੇ ਤੋਂ ਝੱਟ ਬਾਅਦ ਹੀ ਦੋਵੇਂ ਧਿਰਾਂ ਨੇ ਇੱਕ ਦੂਜੇ ਦੇ ਹੱਥੋਂ ਹੋਈ ਤਬਾਹੀ ਦਾ ਵੇਰਵਾ ਪੇਸ਼ ਕਰ ਦਿੱਤਾ ਸੀ। ਪਾਕਿਸਤਾਨੀ ਸਰਕਾਰ ਨੇ ਅੰਗਰੇਜ਼ੀ ਵਿੱਚ ਦ ਸਿੱਖ ਪਲਾਨ 1948 ਕਿਤਾਬਚਾ ਛਾਪਿਆ ਤੇ ਗੁਰਬਚਨ ਸਿੰਘ ਤਾਲਿਬ ਦਾ ਲਿਖਿਆ ਮੁਸਲਿਮ ਲੀਗ ਅਟੈਕਸ ਔਨ ਸਿੱਖਸ ਐਂਡ ਹਿੰਦੂਜ਼ ਇਨ ਦ ਪੰਜਾਬ 1947 ਨਾਂ ਦੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਲ 1950 ਵਿੱਚ ਛਾਪ ਦਿੱਤੀ ਸੀ। ਰੱਬਾ ਹੁਣ ਕੀ ਕਰੀਏ। ਸਤੰਬਰ 2007। ਥਾਂ ਲਾਹੌਰ ਗੁਲਬਰਗ ਵਿੱਚ ਲਾਹੌਰ ਚਿੱਤਰਕਾਰ ਨਾਂ ਦੇ ਅਦਾਰੇ ਦਾ ਟਿਕਾਣਾ। ਮੌਕਾ ਅਜੈ ਭਾਰਦਵਾਜ ਦੀ ਫਿਲਮ ਰੱਬਾ ਹੁਣ ਕੀ ਕਰੀਏ। ਮੈਂ 30-40 ਜਣਿਆਂ ਨੂੰ ਸੱਦ ਕੇ ਦਿਖਾ ਰਿਹਾ। ਇਸ ਵਿੱਚ 47 ਵੇਲੇ ਚੜ੍ਹਦੇ ਪੰਜਾਬ ਵਿੱਚ ਪਟਿਆਲੇ, ਲੁਧਿਆਣੇ, ਖੰਨੇ ਵਿੱਚ ਸਿੱਖਾਂ ਹਿੰਦੂਆਂ ਹੱਥੋਂ ਕੋਏ ਹਜ਼ਾਰਾਂ ਮੁਸਲਮਾਨਾਂ ਦੀ ਬਰਬਾਦੀ ਦੀ ਚਸ਼ਮਦੀਦ ਗਵਾਹੀ ਹੈ। ਪਟਿਆਲਾ, ਫਰੀਦਕੋਟ ਰਿਆਸਤਾਂ ਦੇ ਸਿੱਖ ਰਾਜਿਆਂ ਨੇ ਆਪਣੀ ਪੁਲਿਸ ਫੌਜ ਨੂੰ ਲੱਭ-ਲੱਭ ਕੇ ਮੁਸਲਮਾਨ ਜਾਨੋਂ ਮਾਰਨ ਦੀ ਖੁੱਲ੍ਹੀ ਛੁੱਟੀ ਦੇ ਰੱਖੀ ਸੀ। ਉਹਨਾਂ ਸਾਰੇ ਪੰਜਾਬ ਵਿੱਚ ਨਾਮ ਕਟੇ ਫੌਜੀਆਂ ਨੂੰ ਜੀਪਾਂ ਤੇ ਹਥਿਆਰ ਵੰਡੇ ਸਨ। ਫਿਲਮ ਦੇ ਅਖੀਰ ਵਿੱਚ ਲਾਹੌਰ ਦਾ ਫਾਰਸੀ ਪੜ੍ਹਿਆ ਕਰਮ ਸਿੰਘ ਜਿਵੇਂ ਕੁੱਲ ਸਿੱਖਾਂ ਦੀ ਤਰਫੋਂ ਮਾਨਸੇ ਕੋਲ ਰੇਲਵੇ ਲਾਈਨ ਤੇ ਜਾ ਕੇ ਕਲਮਾ ਪੜ੍ਹਦਾ ਹੈ, ਜਿੱਥੇ ਬਹੁਤ ਸਾਰੇ ਮੁਸਲਮਾਨ ਕਤਲ ਕੀਤੇ ਗਏ ਸਨ। ਫਿਲਮ ਮੁੱਕਦੀ ਹੈ, ਬੱਤੀ ਜਗਦੀ ਹੈ, ਮੌਤ ਵਰਗੀ ਚੁੱਪ। ਕੋਈ ਬੀਬੀ ਮੇਰੇ ਨਾਲ ਲੜਨ ਨੂੰ ਪੈਂਦੀ ਵੱਖੀਓਂ ਬੋਲਦੀ ਹੈ, ਤੁਸੀਂ ਇਹ ਫਿਲਮ ਕਿਉਂ ਦਿਖਾਈ ਏ? ਮੈਂ ਸੰਭਲਦਿਆਂ ਜਵਾਬ ਦਿੰਦਾ ਹਾਂ, ਇਸ ਲਈ ਕਿ ਅਸੀਂ ਤਾਂ ਚੜ੍ਹਦੇ ਪੰਜਾਬ ਵਿੱਚ 47 ਦੇ ਆਪਣੇ ਕੀਤੇ ਗੁਨਾਹਾਂ ਦਾ ਕਫਾਰਾ ਕਰਨ ਲੱਗੇ ਹਾਂ। ਤੁਸੀਂ ਵੀ ਕਰੋ। ਤੁਹਾਡੇ ਵੱਲ ਵੀ ਕੋਈ ਇਸ ਕਿਸਮ ਦੀ ਫਿਲਮ ਬਣਾਵੇ ਕਿ ਹਜ਼ਾਰ ਸਿੱਖਾਂ ਹਿੰਦੂਆਂ ਦੇ ਲਹੂ ਨਾਲ ਹੱਥ ਰੰਗਣ ਵਾਲੇ ਕੌਣ ਸਨ? ਉਹਨਾਂ ਨੇ ਉਹਨਾਂ ਦਾ ਕੀ ਵਿਗਾੜਿਆ ਸੀ? ਅਗਲਾ ਸੀਨ। ਅਗਸਤ 2012। ਪਾਕਿਸਤਾਨ ਦੇ ਡਿਪਟੀ ਅਟਾਰਨੀ ਜਨਰਲ ਮੁਹੰਮਦ ਖੁਰਸ਼ੀਦ ਖਾਨ ਦੀਆਂ ਤਸਵੀਰਾਂ ਨਾਲ ਚੜ੍ਹਦੇ ਪੰਜਾਬ ਦੀਆਂ ਅਖਬਾਰਾਂ ਭਰੀਆਂ ਪਈਆਂ ਹਨ। ਬੰਦਾ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿੱਚ ਬੈਠਾ ਪੇਸ਼ਾਵਰ ਵਿੱਚ ਮਾਰੇ ਗਏ ਬੇਕਸੂਰ ਸਿੱਖਾਂ ਦੇ ਪਛਤਾਵੇ ਵਿੱਚ ਸੰਗਤਾਂ ਦੀਆਂ ਜੁੱਤੀਆਂ ਸਾਫ਼ ਕਰ ਰਿਹਾ ਹੈ। ਸਿੱਖਾਂ ਵਿੱਚ ਇਹ ਰੀਤ ਏ ਕਿ ਬੰਦਾ ਆਪਣੇ ਕੀਤੇ ਗੁਨਾਹ ਦਾ ਕਫਾਰਾ ਕਰਨ ਲਈ ਗੁਰਦੁਆਰੇ ਝਾੜੂ ਫੇਰੇ, ਸੰਗਤੀਆਂ ਦੀਆਂ ਜੁੱਤੀਆਂ ਸਾਫ਼ ਕਰੇ।
ਲੰਗਰ ਦੇ ਭਾਂਡੇ ਮਾਂਜੇ। ਫੇਰ ਖਬਰ ਆਉਂਦੀ ਹੈ ਕਿ ਉਹਨੂੰ ਉੱਪਰਲਿਆਂ ਨੇ ਨੌਕਰੀਓਂ ਕੱਢ ਦਿੱਤਾ ਏ। ਇਸ ਤੋਂ ਅਗਲਾ ਸੀਨ 3 ਸਤੰਬਰ 2017, ਥਾਂ ਲੁਧਿਆਣੇ ਦਾ ਪੰਜਾਬੀ ਭਵਨ, ਮੌਕਾ 47 ਦੇ ਗੁਨਾਹਾਂ ਦੇ ਇਕਬਾਲ ਤੇ ਮੁਆਫ਼ੀ ਵਾਸਤੇ ਜੁੜੇ ਲੋਕ। ਲੁਧਿਆਣੇ ਦਾ ਨਾਇਬ ਸ਼ਾਹੀ ਇਮਾਮ ਮੋਇਆਂ ਦੀ ਯਾਦ ਵਿੱਚ ਖਤਮ ਦਿਵਾ ਰਿਹਾ ਹੈ। ਪੰਜਾਬ ਦੇ ਉਜਾੜੇ ਦੀ ਸ਼ਾਇਰੀ ਦੀ ਮੇਰੀ ਸੰਜੋਈ ਕਿਤਾਬ ਸੰਨ 47 ਵਿੱਚ 54 ਕਵੀ ਨੇ। ਇਹਨਾਂ ਵਿੱਚ ਮੁਸਲਮਾਨਾਂ ਵਿੱਚੋਂ ਸਿਰਫ ਉਸਤਾਦ ਦਾਮਨ, ਅਹਿਮਦ ਰਾਹੀ ਤੇ ਸ਼ਰੀਫ ਕੁੰਜਾਹੀ ਨੂੰ ਪੰਜਾਬ ਦੇ ਟੋਟੇ ਹੋਣ ਦਾ ਝੋਰਾ ਹੈ। ਸ਼ਾਇਰ ਮਜ਼ਹਰ ਤਿਰਮਜ਼ੀ ਨੇ ਮੈਨੂੰ ਦੱਸਿਆ, ਪਾਕਿਸਤਾਨੀ ਰਿਆਸਤ ਨੇ 47 ਦੇ ਕਤਲੇਆਮ ਨੂੰ ਕੁਰਬਾਨੀ ਦਾ ਨਾਮ ਦਿੱਤਾ ਤਾਂ ਜੇ ਇਸ ਮੁਕੱਦਸ ਫਰਜ਼ ਤੇ ਕੋਈ ਉਂਗਲੀ ਨਾ ਚੁੱਕੇ। ਨਵੇਂ ਬਣੇ ਮੁਲਕ ਵਿੱਚ ਕੁਰਬਾਨੀ ਦਾ ਢੋਲ ਪਿੱਟਣ ਲਿਖਾਰੀ ਵੀ ਆਪਣੇ ਫਾਇਦਿਆਂ ਲਈ ਨਾਲ ਰਲ ਗਏ, ਜਿਨ੍ਹਾਂ ਵਿੱਚ ਉਰਦੂ ਪੰਜਾਬੀ ਦੇ ਸਭ ਸ਼ਾਮਲ ਨੇ। ਇੱਕ ਉਸਤਾਦ ਦਾਮਨ ਹੀ ਇਕੱਲਾ ਬੈਠਾ ਵੰਡ ਦੇ ਦੁੱਖ ਨੂੰ ਰੋਂਦਾ ਏ। ਪੰਜਾਬੀ ਕਿੱਸਾਕਾਰ ਕਿਤਾਬੀ ਜਾਂ ਸਟੇਜੀ ਕਵੀਆਂ ਵਾਂਗ ਲੋਲੋ ਪੋਪੋ ਕਰਨ ਵਾਲੇ ਨਹੀਂ ਸੀ ਹੁੰਦੇ। ਇਹ ਸਮਾਜੀ ਅਸਲੀਅਤ ਕੋਲ ਖਲੋ ਕੇ ਗੱਲ ਕਰਦੇ ਨੇ। ਇਸ ਵਿੱਚ ਪੰਜਾਬ ਦੇ ਦੋਵਾਂ ਫਿਰਕਿਆਂ ਸਿੱਖ, ਹਿੰਦੂ ਤੇ ਮੁਸਲਮਾਨ ਦੇ ਆਪਸੀ ਤਵੱਸਬ ਦਾ ਖੁੱਲ੍ਹਮ ਖੁੱਲ੍ਹਾ ਬਿਆਨ ਹੈ। ਇਹਨਾਂ ਦੀ ਤਹਿਰੀਰ ਲੋਕਲ ਹਿਸਟਰੀ ਦਾ ਚੰਗਾ ਨਮੂਨਾ ਹੈ। ਇਹੋ ਜਿਹੇ 10 ਤੋਂ ਵੱਧ ਕਿੱਸੇ 1948 ਤੋਂ 50 ਦੌਰਾਨ ਚੜ੍ਹਦੇ ਪੰਜਾਬ ਵਿੱਚ ਛਪੇ ਸਨ। ਉਦੋਂ ਕੁ ਹੀ ਲਾਹੌਰ ਵਿੱਚ ਛਪੇ ਚਿਰਾਗਦੀਨ ਜੂਨੇ ਵਾਲੇ ਨੇ ਆਪਣੇ ਕਿੱਸੇ ਵਿੱਚ ਖੂਨ ਦੀਆਂ ਨਦੀਆਂ ਯਾਨੀ ਜ਼ੁਲਮ ਦੀ ਹੱਦ ਵਿੱਚ ਪਟਿਆਲੇ, ਫਿਰੋਜ਼ਪੁਰ, ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ, ਅੰਮ੍ਰਿਤਸਰ ਜ਼ਿਲ੍ਹੇ ਦੇ ਵਲਟੋਹਾ, ਅਜਨਾਲੇ ਲਾਗੇ ਕੋਟਲੀ ਪਠਾਣਾ ਤੇ ਅੰਮ੍ਰਿਤਸਰ ਸ਼ਹਿਰ ਦੇ ਮੁਹੱਲੇ ਸ਼ਰੀਫਪੁਰੇ ਵਿੱਚ ਅਕਾਲ ਸੈਨਾ ਤੇ ਹਿੰਦੂ ਜਨੂਨੀਆਂ ਦੇ ਮੁਸਲਮਾਨਾਂ ਉੱਤੇ ਢਾਏ ਜ਼ੁਲਮਾਂ ਦਾ ਬਿਆਨ ਦਰਜ ਕੀਤਾ ਹੈ। ਸਿਬਤੁਲ ਹਸਨ ਜ਼ੈਗਮ ਦੀ 12 ਮਾਹ 2019 ਵਿੱਚ ਛਪੀ ਮੈਨੂੰ 22 ਮਈ 1996 ਦੀ ਲਿਖੀ ਚਿੱਠੀ ਵਿੱਚ ਬਹੁਤ ਸਾਰੀਆਂ ਐਸੀਆਂ ਲਿਖਤਾਂ ਦਾ ਵੇਰਵਾ ਹੈ ਜਿਨ੍ਹਾਂ ਨੂੰ ਹੁਣ ਤੱਕ ਕਿਸੇ ਖੋਜੀ ਵਿਦਵਾਨ ਨੇ ਘੋਖਿਆ ਨਹੀਂ। ਮਾਸਟਰ ਤਾਰਾ ਸਿੰਘ ਦਾ ਸਕਾ ਛੋਟਾ ਭਰਾ ਨਿਰੰਜਨ ਸਿੰਘ, ਜਿਸ ਦਾ ਜਨਮ 1892 ਤੇ ਮੌਤ 1979 ਵਿੱਚ ਹੋਈ, ਮਹਾਤਮਾ ਗਾਂਧੀ ਦਾ ਪੈਰੋਕਾਰ ਸੀ। ਇਹ ਕਈ ਸਾਲ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਪੜ੍ਹਾਉਂਦਾ ਰਿਹਾ। ਫਿਰ ਇਹਨੇ 1940 ਵਿੱਚ ਲਾਹੌਰ ਵਿੱਚ ਸਿੱਖ ਨੈਸ਼ਨਲ ਕਾਲਜ ਖੋਲ੍ਹਿਆ ਸੀ। ਇਹਨੇ ਆਪਣੀ ਉਮਰ ਕਹਾਣੀ ਵਿੱਚ ਤਾਰਾ ਸਿੰਘ ਦੀਆਂ ਕਰਤੂਤਾਂ ਬਾਰੇ ਇੰਜ ਲਿਖਿਆ। ਮੁਸਲਿਮ ਲੀਗੀਏ ਪਾਕਿਸਤਾਨ ਬਣਾਉਣ ਤੇ ਤੁਲੇ ਹੋਏ ਸਨ। ਉਹਨਾਂ ਦੇ ਸਿਰ ਤੇ ਫਿਰਕੂਪੁਣੇ ਦਾ ਭੂਤ ਸਵਾਰ ਹੋ ਗਿਆ ਤੇ ਉਹਨਾਂ ਹਿੰਦੂਆਂ ਤੇ ਸਿੱਖਾਂ ਨੂੰ ਮਾਰਨਾ ਵੱਢਣਾ ਸ਼ੁਰੂ ਕਰ ਦਿੱਤਾ। ਲੀਗ ਦੀ ਅਗਵਾਈ ਵਿੱਚ ਮੁਸਲਮਾਨ ਗੁੰਡਿਆਂ ਨੇ ਉਹ ਅੱਤ ਕੀਤੀ ਕਿ ਜਿਨ੍ਹਾਂ ਦੀ ਮਿਸਾਲ ਇਨਸਾਨ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ। ਹਿੰਦੂ ਸਿੱਖ ਵੀ ਜਾਗੇ। ਉਹਨਾਂ ਕਮੇਟੀ ਬਣਾਈ ਤੇ ਮਾਸਟਰ ਤਾਰਾ ਸਿੰਘ ਨੂੰ ਆਪਣਾ ਆਗੂ ਬਣਾਇਆ। ਮਾਸਟਰ ਤਾਰਾ ਸਿੰਘ ਬੜਾ ਦਲੇਰ ਤੇ ਬੜਾ ਤੁੰਦ ਮਿਜ਼ਾਜ ਦਾ ਆਦਮੀ ਸੀ। ਅਕਾਲੀ ਚੰਗੇ ਜਥੇਬੰਦ ਸਨ ਤੇ ਮਾਸਟਰ ਤਾਰਾ ਸਿੰਘ ਉਹਨਾਂ ਦਾ ਵਾਹਦ ਲੀਡਰ ਸੀ। ਫੇਰ ਬਰਾਬਰ ਦੀ ਖੜਕਣ ਲੱਗ ਪਈ। ਉਧਰ ਮੁਸਲਮਾਨ 10 ਹਿੰਦੂ ਸਿੱਖ ਮਾਰਨ, ਇਧਰੋਂ ਮਾਸਟਰ ਤਾਰਾ ਸਿੰਘ 10 ਮੁਸਲਮਾਨ ਮਾਰ ਦਏ। ਉਧਰੋਂ 1000 ਸ਼ਰਨਾਰਥੀ ਜਾਨ ਬਚਾ ਕੇ ਇੱਧਰ ਆਉਣ, ਇਧਰੋਂ ਮਾਸਟਰ ਤਾਰਾ ਸਿੰਘ 1000 ਮੁਸਲਮਾਨ ਕੱਢ ਦਏ। ਉਧਰ ਔਰਤਾਂ ਦੀ ਬੇਪਤੀ ਹੋਵੇ, ਇੱਧਰ ਵੀ ਉਹੋ ਹੀ ਵਤੀਰਾ। ਦੋਵੇਂ ਪਾਸੇ ਬੇਅੰਤ ਜ਼ੁਲਮ ਹੋਏ। ਕੋਈ 70 ਲੱਖ ਦੇ ਕਰੀਬ ਹਿੰਦੂ ਸਿੱਖ ਉਧਰੋਂ ਇੱਧਰ ਆਏ ਹੋਣਗੇ ਤੇ ਇੰਨੇ ਹੀ ਮੁਸਲਮਾਨ ਇੱਧਰੋਂ ਪਾਕਿਸਤਾਨ ਨੂੰ ਭੇਜੇ ਗਏ। ਮਾਸਟਰ ਤਾਰਾ ਸਿੰਘ ਨੇ ਸਿੱਖਾਂ ਨੂੰ ਤਾਂ ਬਚਾਇਆ, ਪਰ ਵਟਾਂਦਰੇ ਵਿੱਚ ਸਿੱਖੀ ਦੇ ਕੇ। ਸਿੱਖੀ ਗਰੀਬਾਂ ਅਨਾਥਾਂ ਤੇ ਹੱਥ ਚੁੱਕਣ ਵਿੱਚ ਨਹੀਂ, ਸਿੱਖੀ ਤਾਂ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਵਾਂਗ ਸ਼ਹੀਦ ਹੋਣ ਵਿੱਚ ਹੈ। ਹਵਾਲਾ ਜੀਵਨ ਵਿਕਾਸ, ਸਫੇ 233-234, ਪ੍ਰਕਾਸ਼ਕ ਨਵਯੁਗ 1970। ਸੋ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਅਕਾਲ ਸੈਨਾ ਨੇ ਕੀਤਾ। ਇਹਦੇ ਕਾਤਿਲ ਤਾਂ ਜਲਿਆਂਵਾਲੇ ਬਾਗ ਦੇ ਸਾਕੇ ਦੇ ਹੀਰੋ ਸੈਫੂਦੀਨ ਕਿਚਲੂ ਨੂੰ ਵੀ ਮਾਰਨ ਨੂੰ ਫਿਰਦੇ ਸਨ, ਪਰ ਕਮਿਊਨਿਸਟ ਲੀਡਰ ਤੇਜਾ ਸਿੰਘ ਸੁਤੰਤਰ ਦੇ ਬੰਦੇ ਉਹਨੂੰ ਅੰਮ੍ਰਿਤਸਰ ਵਿੱਚੋਂ ਕੱਢ ਕੇ ਦਿੱਲੀ ਛੱਡ ਕੇ ਆਏ ਸਨ। ਕਮਿਊਨਿਸਟਾਂ ਨੇ ਮੁਸਲਮਾਨਾਂ ਦੀ ਰਾਖੀ ਲਈ ਥਾਂ-ਥਾਂ ਅਮਨ ਕਮੇਟੀਆਂ ਬਣਾਈਆਂ ਹੋਈਆਂ ਸਨ। ਹਵਾਲਾ ਅਣਫੋਲਿਆ ਵਰਕਾ, ਇੰਦਰ ਸਿੰਘ ਮੁਰਾਰੀ ਦੀ ਉਮਰ ਕਹਾਣੀ, ਰਵੀ ਸਾਹਿਤ ਪ੍ਰਕਾਸ਼ਨ, ਸਾਲ 1979। ਅੰਮ੍ਰਿਤਸਰ ਸ਼ਹਿਰ ਦੇ ਹਿੰਦੂ ਫਸਾਦੀਆਂ ਦਾ ਸਰਗਨਾ ਬਿਜਲੀ ਪਹਿਲਵਾਨ ਸੀ। ਕਮਿਊਨਿਸਟ ਆਗੂ ਧਨਵੰਤਰੀ ਦੀ 47 ਵੇਲੇ ਦੀ ਰਿਪੋਰਟ ਬਲੀਡਿੰਗ ਪੰਜਾਬ ਵਾਰਨਜ਼ ਵਿੱਚ ਲਿਖਿਆ ਹੈ ਕਿ ਗਦਰੀ ਬਾਬੇ ਸੋਹਣ ਸਿੰਘ ਦੇ ਪਿੰਡ ਭਕਨੇ ਦੇ ਨੇੜੇ ਦੇ ਪਿੰਡਾਂ ਵਿੱਚ ਸੁਰਖ ਝੰਡੇ ਗੱਡ ਕੇ ਕਮਿਊਨਿਸਟ ਮੁਸਲਮਾਨਾਂ ਦੀ ਰਖਵਾਲੀ ਕਰਦੇ ਸਨ ਤੇ ਲੰਗਰ ਵਰਤਾਉਂਦੇ ਸਨ। ਪਰ ਐਨ ਇਹਦੇ ਉਲਟ ਅਕਾਲੀ ਆਗੂ ਊਧਮ ਸਿੰਘ ਨਾਗੋਕੇ ਦੇ ਪਿੰਡਾਂ ਵਿੱਚ ਅਕਾਲ ਸੈਨਾ ਵਾਲੇ ਮੁਸਲਮਾਨਾਂ ਦਾ ਘਾਣ ਕਰ ਰਹੇ ਸਨ। ਹਵਾਲਾ ਰਜ਼ਾ ਅਲੀ, ਰੈਵੋਲੂਸ਼ਨਰੀ ਪਾਸਟਸ, ਕੈਂਬਰਿਜ ਯੂਨੀਵਰਸਿਟੀ ਪ੍ਰੈਸ, 2020। ਪ੍ਰੀਤ ਲੜੀ ਵਾਲੇ ਗੁਰਬਖਸ਼ ਸਿੰਘ ਨੇ ਵੀ ਆਪਣੇ ਪਿੰਡ ਪ੍ਰੀਤਨਗਰ ਦੁਆਲੇ ਦੇ ਮੁਸਲਮਾਨਾਂ ਦੀ ਰਾਖੀ ਕੀਤੀ ਤੇ ਇਹਨਾਂ ਦੇ ਪ੍ਰੀਤ ਸੈਨਿਕ ਉਹਨਾਂ ਨੂੰ ਨਵੇਂ ਬਣੇ ਬਾਰਡਰ ਪਾਰ ਲੰਘਾ ਕੇ ਆਂਦੇ ਸਨ।
ਅਕਾਲ ਸੈਨਿਕ ਜੀਵਨ ਸਿੰਘ ਉਮਰਾ ਨੰਗਲ ਦਾ ਜ਼ਮੀਰ ਕੋਈ 13 ਸਾਲਾਂ ਬਾਅਦ ਜਾਗਿਆ ਤੇ ਉਹਨੇ 1960 ਦੇ ਕਰੀਬ ਦਰਬਾਰ ਸਾਹਿਬ ਅਕਾਲ ਤਖਤ ਵਿੱਚ ਗੁਰੂ ਮਹਾਰਾਜ ਅੱਗੇ ਪੇਸ਼ ਹੋ ਕੇ ਮੁਆਫੀ ਦੀ ਅਰਦਾਸ ਕੀਤੀ ਤੇ ਜੁੱਤੀਆਂ ਸਾਫ਼ ਕਰਕੇ ਸੰਨ 47 ਵਿੱਚ ਮੁਸਲਮਾਨਾਂ ਨੂੰ ਕਤਲ ਕਰਨ ਦੀ ਭੁੱਲ ਬਖਸ਼ਾਈ ਸੀ ਤੇ ਇਸੇ ਕਰਕੇ ਇਹਨੇ ਸੰਨ 80 ਵਿੱਚ ਖਾਲਿਸਤਾਨੀਆਂ ਦੀ ਮੁਖਾਲਫਤ ਕੀਤੀ ਕਿ ਇਹ ਮੁੜ ਸੰਨ 47 ਵਰਤਾ ਕੇ ਪੰਜਾਬ ਦੇ ਅਗਾਂਹ ਹੋਰ ਟੋਟੇ ਕਰਨ ਤੇ ਤੁਲੇ ਹੋਏ ਹਨ। ਗੁਨਾਹਾਂ ਦਾ ਭਾਰ। ਪੰਜਾਬੀ ਲੋਕਾਂ ਦੇ ਸਿਰ ਤੇ 47 ਦੇ ਗੁਨਾਹਾਂ ਦਾ ਪਿਆ ਭਾਰ ਕਫਾਰਾ ਕਰਨ ਨਾਲ, ਭੁੱਲ ਬਖਸ਼ਾਉਣ ਨਾਲ ਹੀ ਹਟ ਸਕਦਾ ਹੈ। ਕਰਮ ਸਿੰਘ ਤੇ ਮੁਹੰਮਦ ਖੁਰਸ਼ੀਦ ਵਰਗੇ ਵਿਰਲੇ ਬੰਦੇ ਜ਼ਮੀਰ ਦੀ ਆਵਾਜ਼ ਬੁਲੰਦ ਕਰਦੇ ਹਨ। ਅੰਮ੍ਰਿਤਸਰ ਵਿੱਚ ਪੰਜਾਬ ਦੀ ਵੰਡ ਦਾ ਮਿਊਜ਼ੀਅਮ ਖੁੱਲ੍ਹ ਗਿਆ ਹੈ, ਲਾਹੌਰ ਵਿੱਚ ਨਹੀਂ ਖੁੱਲ੍ਹਣਾ। ਕੌਮੀ ਗੁਨਾਹਾਂ ਦਾ ਕਫਾਰਾ ਕਰਨ ਵਾਲੇ, ਮੁਆਫੀ ਮੰਗਣ ਵਾਲੇ ਮੁਲਕਾਂ ਕੌਮਾਂ ਦੇ ਸਰਬਰਾਹ ਹੀ ਹੁੰਦੇ ਨੇ। ਸਾਡੇ ਵੇਲਿਆਂ ਦੀਆਂ ਇਹ ਮਿਸਾਲਾਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਹੁਕਮਰਾਨਾਂ ਨੂੰ ਵਾਰਾ ਨਹੀਂ ਖਾਂਦੀਆਂ। 1997 ਵਿੱਚ ਬਰਤਾਨੀਆ ਨੇ ਆਇਰਲੈਂਡ ਦੇ ਲੋਕਾਂ ਤੋਂ 19ਵੀਂ ਸਦੀ ਦੇ ਪਾਏ ਆਲੂਆਂ ਦੇ ਕਾਲ ਦੀ ਮੁਆਫੀ ਮੰਗੀ। ਸੰਨ 2010 ਵਿੱਚ ਰੂਸ ਸਰਕਾਰ ਨੇ ਪੋਲਿਸ਼ ਲੋਕਾਂ ਤੋਂ ਦੂਜੀ ਵੱਡੀ ਜੰਗ ਵੇਲੇ ਕਾਤਿਨ ਨਾਂ ਦੀ ਜਗ੍ਹਾ ਤੇ ਸਟਾਲਿਨ ਦੇ ਕਰਵਾਏ ਹਜ਼ਾਰਾਂ ਬੰਦਿਆਂ ਦੇ ਕਤਲੇਆਮ ਦੀ ਮੁਆਫੀ ਮੰਗੀ। ਅਮਰੀਕੀ ਸਰਕਾਰ ਨੇ 5 ਵਾਕਿਆਤ ਦੀਆਂ ਮੁਆਫੀਆਂ ਮੰਗੀਆਂ। ਇੱਕ ਆਪਣੇ ਦੇਸ਼ ਦੇ ਕਾਲੇ ਲੋਕਾਂ ਤੋਂ ਬਿਨਾਂ ਦੱਸਿਆਂ 1932 ਵਿੱਚ ਉਹਨਾਂ ਤੇ ਕੀਤੇ ਡਾਕਟਰੀ ਤਜਰਬਿਆਂ ਦੀ ਮੁਆਫੀ ਸੀ। 2016 ਵਿੱਚ ਕੈਨੇਡਾ ਸਰਕਾਰ ਨੇ ਕਾਮਾਗਾਟਾ ਮਾਰੂ ਦੇ ਸਾਕੇ ਦੀ ਮੁਆਫੀ ਮੰਗੀ। 2019 ਵਿੱਚ ਚਰਚ ਆਫ ਇੰਗਲੈਂਡ ਦੇ ਕੈਂਟਰਬਰੀ ਦੇ ਲਾਟ ਪਾਦਰੀ ਨੇ ਜਲਿਆਂਵਾਲੇ ਬਾਗ ਜਾ ਕੇ 1919 ਦੀ ਭੁੱਲ ਬਖਸ਼ਾਈ। 47 ਵਿੱਚ ਕੀਤੀ ਖੁਦਕੁਸ਼ੀ ਦੇ ਆਪਣੀ ਮਰਜ਼ੀ ਦੇ ਹਵਾਲੇ ਦੇ ਕੇ ਅਸਾਂ ਪੰਜਾਬੀਆਂ 75 ਸਾਲ ਲੰਘਾ ਛੱਡੇ ਨੇ। ਇੰਨੀ ਵਹਿਸ਼ਤ, ਇੰਨੀ ਤਬਾਹੀ ਦੁਨੀਆ ਦੀ ਤਾਰੀਖ ਵਿੱਚ ਕਿਤੇ ਹੋਰ ਨਹੀਂ ਦਿਸਦੀ। ਮੈਕਸੀਕੋ ਦੇਸ਼ ਦਾ ਨਾਵਲਕਾਰ ਕਾਰਲੋਸ ਫੂਐਂਤੇਸ ਤਾਂ ਇਹ ਮੰਨਦਾ ਹੈ ਕਿ ਸਾਰੀ 20ਵੀਂ ਸਦੀ ਵਿੱਚ ਦੁਖਾਂਤ, ਟ੍ਰੈਜਡੀ ਜਾਂ ਸਾਨੇਹਾ ਹੈ ਹੀ ਨਹੀਂ। ਇਹਦੇ ਲਿਹਾਜ਼ ਨਾਲ ਤਾਂ ਪੰਜਾਬ ਦੀ ਵੰਡ ਵੱਡਾ ਮੁਜਰਿਮਾਨਾ ਵਾਕਿਆ ਹੈ, ਸਾਨੇਹਾ ਨਹੀਂ। ਪੁਰਾਣੇ ਵੇਲਿਆਂ 'ਚ ਦੁਖਾਂਤ ਨਾਲ ਨੇਕੀ ਤੇ ਬਦੀ ਦਾ ਰਿਸ਼ਤਾ ਬਣਦਾ ਸੀ। ਗ੍ਰੀਕ ਦੁਖਾਂਤ 'ਚ ਦੋਵੇਂ ਧਿਰਾਂ ਸਹੀ ਹੋ ਸਕਦੀਆਂ ਨੇ ਕਿ ਦੁਸ਼ਟ ਕ੍ਰਿਓਨ ਰਿਆਸਤ ਦਾ ਕਾਨੂੰਨ ਪਾਲ ਹੋਣ ਕਰਕੇ ਸਹੀ ਹੈ ਤੇ ਬੰਦੇ ਦੇ ਹੱਕਾਂ ਲਈ ਡਟਣ ਵਾਲੀ ਐਂਟੀਗਨੀ ਵੀ ਸਹੀ ਹੈ। ਪਰ ਜਦ ਕੋਈ ਸਮਾਜ ਧਰਤੀ ਤੇ ਜੰਨਤ ਬਣਾਉਣ 'ਚ ਯਕੀਨ ਕਰਨ ਲੱਗਦਾ ਹੈ ਤਾਂ ਦੁਖਾਂਤ ਅਲੋਪ ਹੋ ਜਾਂਦਾ ਹੈ। ਦੁਖਾਂਤ ਦੀ ਥਾਂ ਜੁਰਮ ਦੀ ਚੜ੍ਹ ਮੱਚ ਜਾਂਦੀ ਏ ਤੇ 20ਵੀਂ ਸਦੀ ਦੇ ਜੁਰਮ ਲਾਸਾਨੀ ਨੇ। ਹੁਣ ਵੇਲਾ ਆ ਗਿਆ ਏ ਕਿ ਅਸੀਂ ਆਪਣੇ ਗੁਨਾਹਾਂ ਦਾ ਇਕਬਾਲ ਕਰੀਏ ਤੇ ਆਪਣੇ ਜ਼ਮੀਰ ਤੇ ਪਿਆ ਭਾਰ ਲਾ ਛੱਡੀਏ। ਪਿਛਾਂਹ ਤੱਕੀ ਜਾਣ ਨਾਲ ਕਿਸੇ ਦਾ ਕੁਝ ਨਹੀਂ ਸੌਰਨਾ, ਪਰ ਕੀਤਾ ਕੀ ਜਾਵੇ। ਸਾਡੇ ਕੋਲ ਖਲੋ ਕੇ ਗੱਲ ਕਰਨ ਲਈ ਜ਼ਮੀਨ ਹੀ ਕੋਈ ਨਹੀਂ, ਪੰਜਾਬ ਦਾ ਲੀਡਰ ਕੋਈ ਨਹੀਂ, ਪੰਜਾਬੀ ਕੌਮ ਦਾ ਲੱਜਪਾਲ ਕੋਈ ਨਹੀਂ, ਤਾਰੀਖ ਦੇ ਖੁਆਰ ਕੀਤੇ ਪੰਜਾਬੀਆਂ ਨੂੰ ਮਿਲਾਉਣ ਵਾਲੀ ਮਰਕਜ਼ੀ ਅਖਲਾਕੀ ਅਥਾਰਟੀ ਕੋਈ ਨਹੀਂ, ਸਾਂਝਾ ਮੁਲਕ ਕੋਈ ਨਹੀਂ। ਸਾਡਾ ਤਾਂ ਮਜਮੂਈ ਸ਼ਊਰ ਜਾਂ ਕਲੈਕਟਿਵ ਕੌਨਸ਼ੀਅਸਨੈਸ ਹੀ ਨਹੀਂ ਹੈ। ਜੋ ਹੈ, ਵਾਘੇ ਦੇ ਦੋਵੇਂ ਪਾਸੀਂ ਪੰਜਾਬੀ ਹੁਕਮਰਾਨ ਜਮਾਤਾਂ ਨੇ ਉਹਦੀ ਸੂਰਤ ਆਪਣੇ ਵਰਗੀ ਕੋਝੀ ਬਣਾ ਛੱਡੀ ਏ। ਕੌਮੀ ਗੁਨਾਹਾਂ ਦੇ ਕਫਾਰੇ ਕੌਮੀ ਰਿਆਸਤਾਂ, ਸਰਕਾਰਾਂ ਕਰਦੀਆਂ ਹੁੰਦੀਆਂ ਨੇ। ਜੇ ਕੱਲ੍ਹ ਨੂੰ ਪੰਜਾਬੀ ਮਿਲ ਕੇ ਭੁੱਲ ਬਖਸ਼ਾਣਾ ਵੀ ਚਾਹਣ ਤਾਂ ਮੁਸਲਿਮ ਲੀਗੀਆਂ ਦਾ ਕਿਹੜਾ ਬੰਦਾ ਅੱਗੇ ਨਿੱਤਰੇਗਾ? ਹਿੰਦੂ ਮਹਾਸਭਾਈਆਂ, RSS ਦਾ ਕਿਹੜਾ ਤੇ ਅਕਾਲੀਆਂ ਦਾ ਕਿਹੜਾ? ਤੇ ਸਾਰੇ ਰਲ ਕੇ ਬੈਠਣਗੇ ਕਿਹੜੀ ਥਾਂ? ਉਹ ਥਾਂ ਕਿੱਥੇ ਹੈ? ਇਹ ਸੀ ਅਮਰਜੀਤ ਚੰਦਨ ਦਾ ਲਿਖਿਆ ਲੇਖ ਸੰਨ 47 ਦੇ ਗੁਨਾਹਾਂ ਦਾ ਲੇਖਾ। ਇਹ ਲੇਖ ਪ੍ਰੀਤਲੜੀ ਵਿੱਚ ਦਸੰਬਰ 2020 ਵਿੱਚ ਅਤੇ ਲਾਹੌਰ ਤੋਂ 12 ਮਾਹ ਵਿੱਚ 2021 ਵਿੱਚ ਛਪਿਆ। ਹੁਣ ਪੇਸ਼ ਨੇ ਇਸ ਲੇਖ ਬਾਰੇ ਰਾਵਾਂ। ਲੇਖਕ ਤੇ ਪੱਤਰਕਾਰ ਸਵਰਾਜ ਬੀਰ ਲਿਖਦੇ ਨੇ, ਸੰਨ 47 ਦੇ ਗੁਨਾਹਾਂ ਦਾ ਲੇਖਾ, ਰੱਬ ਦੀ ਮਰਜ਼ੀ। ਅਮਰਜੀਤ ਚੰਦਨ ਨੇ ਆਪਣੇ ਲੇਖ ਦਾ ਨਾਂ ਸੰਨ 47 ਦੇ ਗੁਨਾਹਾਂ ਦਾ ਲੇਖਾ ਰੱਖਿਆ ਹੈ। ਇਹਨਾਂ ਗੁਨਾਹਾਂ ਦਾ ਲੇਖਾ ਨਹੀਂ ਹੋ ਸਕਦਾ। ਮੈਂ 6-7 ਸਾਲ ਪਹਿਲਾਂ ਮਸ਼ਹੂਰ ਕਮਿਊਨਿਸਟ ਪੰਜਾਬੀ ਦਾਨਿਸ਼ਵਰ ਤਾਰਿਕ ਅਲੀ ਨਾਲ ਕੀਤੀ ਮੁਲਾਕਾਤ ਦੌਰਾਨ ਪੁੱਛਿਆ ਸੀ ਕਿ ਸੰਨ 47 ਦੀ ਵੰਡ ਕਿਉਂ ਹੋਈ। ਉਹਨੂੰ ਅੱਗੋਂ ਗੱਲ ਨਾ ਔੜੀ। ਉਹਨੇ ਕਿਹਾ, ਰੱਬ ਦੀ ਮਰਜ਼ੀ। ਮੈਂ ਆਪਣੇ ਨਾਟਕ ਪੁਲਿਸ ਰਾਤ ਵਿੱਚ ਪਿੰਡ ਮਲੋਵਾਲੀ, ਨਵਾਂ ਪਿੰਡ, ਜ਼ਿਲ੍ਹਾ ਗੁਰਦਾਸਪੁਰ ਵਿੱਚ ਰਹਿੰਦੀ ਔਰਤ ਨਾਮੂ ਦੀ ਕਹਾਣੀ ਲਿਖੀ ਹੈ, ਜਿਹੜੀ ਉਸ ਉਜਾੜੇ ਵੇਲੇ ਉਧਾਲੀ ਗਈ ਤੇ ਸਿੱਖ ਬਣਾ ਕੇ ਪਿੰਡ ਦੇ ਬੰਦੇ ਦੇ ਘਰ ਵਸਾਈ ਗਈ। ਉਹਦੇ 2 ਪੁੱਤਰ ਸਨ। ਉਹ ਕਮਲੀ ਹੋ ਗਈ ਸੀ। ਉਹ ਸਵੇਰੇ ਉੱਠ ਕੇ ਸੂਏ ਤੇ ਨਹਾਉਣ ਜਾਂਦੀ ਤੇ ਨਹਾਉਂਦਿਆਂ ਉੱਚੀ ਬੋਲਦੀ। ਨਾਮੂ ਉਸ ਵਕਤੇ ਉੱਠਦੀ ਹੈ, ਨਾਮੂ ਇਸ਼ਨਾਨ ਕਰਦੀ ਹੈ। ਗੁਰਦੁਆਰੇ ਵਾਲਾ ਭਾਈ ਉੱਠਦਾ ਹੀ ਨਹੀਂ। ਨਾਮੂ ਪਾਠ ਕਰਦੀ ਹੈ, ਭਾਈ ਪਾਠ ਨਹੀਂ ਕਰਦਾ। ਨਾਮੂ ਸਿੱਖ ਹੈ, ਸਿੱਖ, ਭਾਈ। ਉਹ ਇਦਾਂ ਕਿਉਂ ਬੋਲਦੀ ਸੀ? ਉਹਦੇ ਮਨ ਵਿੱਚ ਕੀ ਦੱਬਿਆ ਸੀ? ਕੀ ਜਬਰੀ ਕਿਸੇ ਦਾ ਧਰਮ ਬਦਲਣਾ ਜਾਨੋਂ ਮਾਰਨ ਤੋਂ ਵੀ ਵੱਡੀ ਸਜ਼ਾ ਹੈ? ਕੁਲਵੰਤ ਸਿੰਘ ਵਿਰਕ ਦਾ ਆਪਣੀ ਕਹਾਣੀ ਖੱਬਲ ਵਿੱਚ ਕੱਢਿਆ ਨਤੀਜਾ ਗਲਤ ਵੀ ਹੈ ਤੇ ਠੀਕ ਵੀ।
ਜੜੋਂ ਪੁੱਟੇ ਬੰਦੇ ਦੀ ਜੜ ਨਹੀਂ ਲੱਗਦੀ ਤੇ ਲੱਗ ਵੀ ਜਾਂਦੀ ਹੈ। ਕੁਲਵੰਤ ਸਿੰਘ ਵਿਰਕ ਬਹੁਤਾ ਠੀਕ ਨਹੀਂ ਹੈ। ਅਸੀਂ ਗੁਨਾਹਾਂ ਦਾ ਕਫਾਰਾ ਨਹੀਂ ਕਰਦੇ, ਅਸੀਂ ਗੁਨਾਹ ਕਰਦੇ ਜਾਂਦੇ ਹਾਂ। ਇਹ ਮਨੁੱਖੀ ਫਿਤਰਤ ਹੈ। ਮੈਂ ਇਹ ਨਾਟਕ ਕਿਉਂ ਲਿਖਿਆ? 1993 ਵਿੱਚ ਅੰਮ੍ਰਿਤਸਰ ਰਹਿੰਦਿਆਂ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ। ਪਿੰਡੋਂ ਇੱਕ ਬੰਦਾ ਉਸ ਟੱਬਰ ਵਿੱਚੋਂ ਅਫਸੋਸ ਕਰਨ ਆਇਆ ਜਿਨ੍ਹਾਂ ਨੂੰ ਪਿੰਡ ਦੇ ਲੋਕ ਸਰਦਾਰ, ਵੱਡੇ ਬੰਦੇ ਕਹਿੰਦੇ ਸਨ। ਮੈਂ ਉਸ ਤੋਂ ਨਾਮੋ ਦਾ ਹਾਲ ਪੁੱਛਿਆ। ਮੈਂ ਉਹਨੂੰ ਬਚਪਨ 'ਚ ਵੇਖਿਆ ਸੀ। ਮੇਰੀ ਯਾਦ ਵਿੱਚ ਉਹ ਡਰਦੀ ਹੋਈ, ਲੁਕ-ਲੁਕ ਬਹਿੰਦੀ, ਚਿੱਟੇ ਵਾਲਾਂ ਵਾਲੀ ਔਰਤ ਸੀ ਜਿਹਨੂੰ ਮੇਰੀ ਮਾਂ ਰੋਟੀ ਦਿੰਦੀ ਤਾਂ ਉਹ ਵਿਹੜੇ ਦੀ ਨੁੱਕਰ ਵਿੱਚ ਜਾ ਕੇ ਖਾਂਦੀ। ਟੁੱਕਰ-ਟੁੱਕਰ ਇੱਧਰ-ਉੱਧਰ ਵੇਂਦੀ ਰਹਿੰਦੀ ਜਿਵੇਂ ਰੋਟੀ ਕਿਸੇ ਨੇ ਖੋਹ ਲੈਣੀ ਹੋਵੇ। ਸਰਦਾਰ, ਜੋ ਮੇਰੇ ਤੋਂ ਕਾਫੀ ਵੱਡੀ ਉਮਰ ਦਾ ਸੀ, ਹੱਸਿਆ ਤੇ ਉਹਨੇ ਕਿਹਾ, ਤੈਨੂੰ ਨਾਮੋ ਦਾ ਕੀ ਪਤਾ? ਅਸੀਂ ਜਦੋਂ ਜਵਾਨ ਸਾਂ ਤਾਂ ਨਾਮੋ ਲਈ ਗੌਣ ਬਣਾਇਆ ਸੀ। ਛੋਲਿਆਂ ਦੀ ਦਾਲ ਕਰਾਰੀ, ਤੜਕਾ ਲਾ ਨਾਮੋ। ਮਤਲਬ ਉਹਦੇ ਪਰਿਵਾਰ ਨੂੰ ਮਾਰਨ, ਉਹਨੂੰ ਉਧਾਲ ਕੇ ਸਿੱਖ ਬਣਾਉਣ, ਜਬਰੀ ਵਿਆਹ ਕਰਨ, ਉਹਨੂੰ ਪਾਗਲ ਕਰ ਛੱਡਣ ਬਾਅਦ ਵੀ ਸਾਡਾ ਮਨ ਨਹੀਂ ਸੀ ਭਰਿਆ। ਉਹਦਾ ਘਰਵਾਲਾ ਮਰ ਗਿਆ ਸੀ। ਉਹ ਪਿੰਡ ਦੇ ਮੁੰਡਿਆਂ ਦਾ ਨਿਸ਼ਾਨਾ ਬਣੀ ਸੀ। ਵੰਡ ਦੇ ਦੁੱਖਾਂ ਦੀਆਂ ਬਹੁਤ ਕਹਾਣੀਆਂ ਲਿਖੀਆਂ ਗਈਆਂ ਨੇ। ਮੰਟੋ, ਰਜਿੰਦਰ ਸਿੰਘ ਬੇਦੀ, ਅੰਮ੍ਰਿਤਾ ਪ੍ਰੀਤਮ, ਯਸ਼ਪਾਲ, ਅਹਿਮਦ ਨਦੀਮ ਕਾਸਮੀ, ਉਰਵਸ਼ੀ ਬੁਟਾਲੀਆ, ਰੀਤੂ ਮੈਨਨ, ਕਮਲਾ ਭਸੀਨ, ਸਾਹਿਤਕਾਰ, ਇਤਿਹਾਸਕਾਰ, ਸਮਾਜ ਸ਼ਾਸਤਰੀ, ਅਸੀਂ ਸਭ ਕੀ ਕਰ ਰਹੇ ਹਾਂ? ਗੁਰਦੇਵ ਸਿੰਘ ਰੁਪਾਣਾ ਆਪਣੀ ਕਹਾਣੀ ਸ਼ੀਸ਼ਾ ਵਿੱਚ ਦੱਸਦਾ ਹੈ ਕਿ ਪਿੰਡ ਵਾਲੇ ਇੱਕ ਬੰਦੇ ਦੇ ਚੁੱਪਚਾਪ ਬਿਨਾਂ ਤਕਲੀਫ ਤੋਂ ਮਰ ਜਾਣ ਦਾ ਕਾਰਨ ਉਹਦਾ 47 ਵੇਲੇ ਕੀਤਾ ਪੁੰਨ ਦੱਸਦੇ ਹਨ। ਜਦ ਧਾੜ ਨੇ ਮੁਸਲਮਾਨ ਮਰਦਾਂ ਔਰਤਾਂ ਨੂੰ ਮਾਰ ਦਿੱਤਾ ਤਾਂ ਉਹਨੇ ਸਿਸਕਦੇ ਬਾਲਾਂ ਦੇ ਸਿਰ ਵੱਢ ਕੇ ਨਹਿਰ ਵਿੱਚ ਸੁੱਟੇ ਸਨ। ਇੱਕ ਹੋਰ ਲੋਕ ਗੀਤ ਹੈ। ਮੰਜਾ ਹਿੱਲਿਆ, ਪੀੜੀ ਹਿੱਲੀ, ਸੁੱਤੇ ਬਾਲ ਜਗਾ ਗਿਆ, ਸੁੱਤੀ ਸੀ ਬੇਗਮ ਦੁਨੀਆ, ਭੁਚਾਲ ਕਿੱਥੋਂ ਆ ਗਿਆ, ਹਿੰਦੂ ਵੱਡੇ, ਮੁਸਲਮਾਨ ਵੱਡੇ, ਸਿੱਖ ਸ਼ਹੀਦੀ ਪਾ ਗਿਆ। ਆਪਣੇ ਸ਼ਹੀਦੀਆਂ ਪਾਉਂਦੇ ਹਨ, ਉਹ ਬੇਗੁਨਾਹ ਤੇ ਮਾਸੂਮ ਹਨ। ਦੂਸਰੇ ਵੱਡੇ ਜਾਂਦੇ ਹਨ, ਉਹ ਜ਼ਾਲਮ ਹਨ। ਗੁਨਾਹਾਂ ਦਾ ਕਫਾਰਾ ਕਿਹਨੇ ਕਰਨਾ ਹੈ? ਜਿਵੇਂ ਸਾਡੇ ਪਿੰਡ ਦੇ ਸਰਦਾਰ ਨੇ ਦੱਸਿਆ ਸੀ, ਅਸੀਂ ਤਾਂ ਉਧਾਲੀਆਂ ਮਧੋਲੀਆਂ ਔਰਤਾਂ ਦੇ ਵੀ ਗੌਣ ਬਣਾ ਲਏ। ਕਈਆਂ ਨੇ ਉਹਨਾਂ ਲੋਕਾਂ ਦੀਆਂ ਕਹਾਣੀਆਂ ਵੀ ਦੱਸੀਆਂ ਸੀ ਜਿਨ੍ਹਾਂ ਨੇ ਮਜ਼ਲੂਮਾਂ ਨੂੰ ਬਚਾਇਆ। ਉਹ ਸੱਚੇ ਇਨਸਾਨ ਸਨ। ਇਸੇ ਲੇਖ ਵਿੱਚ ਅਮਰਜੀਤ ਚੰਦਨ ਨੇ ਕਾਮਰੇਡ ਤੇਜਾ ਸਿੰਘ ਸੁਤੰਤਰ ਤੇ ਇੰਦਰ ਸਿੰਘ ਮੁਰਾਰੀ ਦੀ ਬਾਤ ਪਾਈ ਹੈ। ਇਸ਼ਤਿਆਕ ਅਹਿਮਦ, ਸਾਵਲ ਧਾਮੀ ਤੇ ਹੋਰਨਾਂ ਨੇ ਅਜਿਹੇ ਹੋਰ ਸੱਜਣਾਂ ਬਾਰੇ ਲਿਖਿਆ ਹੈ। ਜਾਨਾਂ ਬਚਾਉਣ ਵਾਲਿਆਂ ਵਿੱਚ ਕਮਿਊਨਿਸਟਾਂ ਦੇ ਨਾਲ-ਨਾਲ ਆਮ ਲੋਕਾਂ ਦੇ ਨਾਂ ਵੀ ਆਉਂਦੇ ਹਨ। ਮਾਰਨ ਵਾਲਿਆਂ ਵਿੱਚ ਸਾਡਾ ਸਾਰਿਆਂ ਦਾ ਨਾਂ ਹੈ। ਵੰਡ ਨੇ ਸਾਨੂੰ ਅੱਧੇ ਅਧੂਰੇ ਕਰ ਦਿੱਤਾ। ਸਾਡੇ ਕੰਨਾਂ ਨੇ ਹੁਣ ਕਦੇ ਦਰਗਾਹਾਂ ਤੇ ਮਸੀਤਾਂ 'ਚੋਂ ਉੱਠਦੇ ਬੋਲ ਨਹੀਂ ਸੁਣਨੇ। ਲਹਿੰਦੇ ਪੰਜਾਬ ਦੇ ਪਿੰਡਾਂ ਵਿੱਚ ਗੁਰਦੁਆਰੇ ਤੇ ਮੰਦਰ ਹਮੇਸ਼ਾ ਲਈ ਖਾਮੋਸ਼ ਹੋ ਗਏ ਹਨ। ਇਸ ਲੇਖ ਵਿੱਚ ਅਮਰਜੀਤ ਚੰਦਨ ਰੋ ਰਿਹਾ ਹੈ। ਉਹ ਕਿਹਨੂੰ ਸਵਾਲ ਪੁੱਛ ਰਿਹਾ ਹੈ? ਪੰਜਾਬ ਦੀ ਵੰਡ ਦੇ ਸਮਿਆਂ ਵਿੱਚੋਂ ਲੰਘਦਿਆਂ ਅਬਦੁੱਲਾ ਹੁਸੈਨ ਨੇ ਆਪਣੇ ਨਾਵਲ ਉਦਾਸ ਨਸਲੇ ਵਿੱਚ ਵੰਡ ਦੇ ਸਮੇਂ ਨੂੰ ਇਸ ਤਰ੍ਹਾਂ ਚਿਤਰਿਆ ਸੀ। ਨੰਗੀਆਂ ਟਾਹਣੀਆਂ ਤੇ ਬੈਠੇ ਪਰਿੰਦੇ ਚੋਗ ਦੀ ਉਮੀਦ ਵਿੱਚ ਇੱਕ ਦੂਸਰੇ ਨੂੰ ਦਿਲਾਸਾ ਦੇ ਰਹੇ ਨੇ। ਥੱਲੇ ਉਹਨਾਂ ਦੇ ਖੁਦਾਵਾਂ ਦੇ ਕਾਰਵਾਂ ਆਪਣੀ ਆਪਣੀ ਹਮਦੋ ਸਨਾ ਗਾਉਂਦੇ ਗੁਜ਼ਰ ਰਹੇ ਨੇ, ਪਰ ਰੁੱਖ ਕਿੱਥੇ ਨੇ? ਮੈਂ ਦੁਨੀਆ ਦੇ ਚੌਰਾਹਿਆਂ ਤੇ ਬਹਿ ਕੇ ਭਿੱਖਿਆ ਮੰਗਦਾ ਹਾਂ ਤੇ ਦੁਨੀਆ 'ਚ ਪੈਗੰਬਰ ਆਉਣੇ ਬੰਦ ਹੋ ਚੁੱਕੇ ਨੇ। ਹੁਣ ਲੋਕ ਸਿਰਫ ਕਹਾਣੀਆਂ ਸੁਣਾ ਕੇ ਚਲੇ ਜਾਂਦੇ ਨੇ, ਪਰ ਲੋਕ ਕਿੱਥੇ ਨੇ? ਅਮਰਜੀਤ ਚੰਦਨ ਵੀ ਇਹੀ ਸਵਾਲ ਪੁੱਛ ਰਿਹਾ ਹੈ ਕਿ ਲੋਕ ਕਿੱਥੇ ਹਨ। ਉਹ ਆਪ ਹੀ ਨਿਤਾਰਾ ਕਰਦਾ ਹੈ ਕਿ ਜੇ ਪੰਜਾਬੀ ਕਿਤੇ ਰਲ ਬਹਿਣ ਬਾਰੇ ਸੋਚਣ ਵੀ ਤਾਂ ਸਾਰੇ ਰਲ ਕੇ ਬੈਠਣਗੇ ਕਿਹੜੀ ਥਾਂ? ਉਹ ਥਾਂ ਕਿੱਥੇ ਹੈ? ਚੰਦਨ ਕਹਿੰਦਾ ਹੈ, ਪੰਜਾਬੀ ਕੌਮ ਦਾ ਲੱਜਪਾਲ ਕੋਈ ਨਹੀਂ। ਵਾਘੇ ਦੇ ਦੋਵੇਂ ਪਾਸੀਂ ਪੰਜਾਬੀ ਹੁਕਮਰਾਨ ਜਮਾਤਾਂ ਨੇ ਉਹਦੀ, ਸਾਡੇ ਮਜਮੂਈ ਸ਼ਊਰ ਜਾਂ ਕਲੈਕਟਿਵ ਕੌਨਸ਼ੀਅਸਨੈਸ ਦੀ ਸੂਰਤ ਆਪਣੇ ਵਰਗੀ ਕੋਝੀ ਬਣਾ ਛੱਡੀ ਏ। ਅਸੀਂ ਤਾਂ ਹੁਣ ਇਸੇ ਕੋਝ ਦੇ ਸਹਾਰੇ ਜੀਂਦੇ ਹਾਂ। ਗੋਰਕੀ ਨੇ ਲਿਖਿਆ ਸੀ, ਬੰਦਾ ਬੰਦੇ ਦੇ ਪਿਆਰ ਲਈ ਤਰਸਦਾ ਏ ਤੇ ਜਦ ਬੰਦਾ ਭੁੱਖਾ ਹੋਵੇ ਤਾਂ ਅੱਧ ਪੱਕਿਆ ਅੱਧ ਕੱਚਾ ਫੁਲਕਾ ਵੀ ਸਵਾਦ ਲੱਗਦਾ ਏ। ਅਸੀਂ ਪੰਜਾਬੀ ਉਸ ਅੱਧ ਪੱਕੀ ਅੱਧ ਕੱਚੀ ਰੋਟੀ ਦੇ ਟੁੱਕ ਲਈ ਤਰਸ ਰਹੇ ਹਾਂ। ਸ਼ਾਇਦ ਅਸੀਂ ਇੱਦਾਂ ਹੀ ਮਰ ਮੁੱਕ ਜਾਣਾ ਹੈ। ਸਾਡੀ ਕੌਮ ਦੇ ਨਕਸ਼ ਹਮੇਸ਼ਾ ਅਧੂਰੇ ਰਹਿਣੇ ਹਨ। ਕਈ ਕੌਮਾਂ ਦੀ ਹੋਣੀ ਵਿੱਚ ਇਹੀ ਲਿਖਿਆ ਹੁੰਦਾ ਹੈ। ਪੰਜਾਬੀ ਕਵੀ ਸੁਰਜੀਤ ਪਾਤਰ ਲਿਖਦੇ ਨੇ, ਖੂਨ ਕੇ ਧੱਬੇ ਧੁਲੇਂਗੇ ਕਿਤਨੀ ਬਰਸਾਤੋਂ ਕੇ ਬਾਅਦ। ਫੈਜ਼, ਜਦੋਂ ਕੋਈ ਬਹੁਤ ਸੋਹਣਾ ਲਿਖੇ ਤਾਂ ਉਹਨੂੰ ਪਿਆਰ ਨਾਲ ਪੁੱਛਦੇ ਨੇ, ਤੂੰ ਕਿੱਥੇ ਬੈਠ ਕੇ ਲਿਖਦਾ ਏਂ ਏਡਾ ਸੋਹਣਾ? ਮੈਂ ਵੀ ਅਮਰਜੀਤ ਚੰਦਨ ਨੂੰ ਪੜ੍ਹਦਿਆਂ ਅਕਸਰ ਦਿਲ ਹੀ ਦਿਲ ਵਿੱਚ ਇਹ ਪੁੱਛਦਾ ਰਹਿਣਾ। ਤੇ ਫਿਰ ਮੈਨੂੰ ਬਾਬਾ ਫਰੀਦ ਦੇ ਬੋਲ ਯਾਦ ਆ ਜਾਂਦੇ ਨੇ, ਉੱਚੇ ਚੜ੍ਹ ਕੇ ਦੇਖਿਆ। ਉੱਚੇ ਚੜ੍ਹ ਕੇ ਦੇਖਿਆ ਘਰ ਘਰ ਦੀ ਅੱਗ ਨਜ਼ਰ ਆਉਂਦੀ ਹੈ। ਬਹੁਤ ਦੂਰ ਤੱਕ ਅਤੀਤ, ਭਵਿੱਖ, ਭਵਾਨ ਨਜ਼ਰ ਆਉਂਦੇ ਨੇ।
ਅਮਰਜੀਤ ਜਿੱਥੇ ਬੈਠ ਕੇ ਲਿਖਦਾ ਏ, ਉੱਥੋਂ ਇਹ ਸਾਨੂੰ ਦੂਰ ਦੂਰ ਤੱਕ ਦਿਖਾ ਦਿੰਦਾ ਹੈ, ਜੋ ਅਸਾਂ ਨਹੀਂ ਦੇਖਿਆ ਹੁੰਦਾ। ਇਹਦੇ ਵਾਕ ਲੇਖਾ ਰੱਖਦੇ ਨੇ ਵਾਕਿਆਂ ਦਾ, ਲਹਿਰਾਂ ਦਾ, ਦਿਲ ਵਿੱਚ ਚੜ੍ਹਦੀਆਂ ਲਹਿੰਦੀਆਂ ਦਾ। ਇਹ ਸਾਡੀ ਸੂਖਮ ਵਿਰਾਸਤ ਦਾ ਬਹੁਤ ਬਾਰੀਕ ਬੀਨ, ਹਸਾਸ ਤੇ ਕਦਰਸ਼ਨਾਸ ਕਿਊਰੇਟਰ ਹੈ। ਸਿੱਟ ਪਸਿੱਟੇ ਪਈਆਂ ਚੀਜ਼ਾਂ ਤੇ ਭੁੰਨੇ ਡਿੱਗੀਆਂ ਗੱਲਾਂ ਨੂੰ ਉਠਾ ਕੇ ਵੀ ਆਪਣੀ ਕਸਵੱਟੀ ਨਾਲ ਬੇਸ਼ਕੀਮਤੀ ਕਰ ਦਿੰਦਾ ਏ। ਇਹਨਾਂ ਗੁਨਾਹਾਂ ਦੇ ਲੇਖੇ ਵਾਲਾ ਲੇਖ ਪੜ੍ਹਦਿਆਂ ਮੈਨੂੰ ਯਾਦ ਆਇਆ ਕਿ ਕਤਲੋਗਾਰਤ ਦੇ ਉਹਨਾਂ ਦਿਨਾਂ ਵਿੱਚ ਬਹੁਤ ਮੀਂਹ ਪਏ ਸਨ ਤੇ ਇਹ ਸਤਰਾਂ ਵੀ ਯਾਦ ਆਈਆਂ। ਰਤ ਧੋਵਣੇ ਨੂੰ ਹੀ ਭੇਜੀਆਂ ਇਸ ਵਾਰ ਅੱਲਾ ਨੇ ਬਾਰਿਸ਼ਾਂ, ਰਲ ਧੋਵਣੇ ਨੂੰ ਹੀ ਭੇਜੀਆਂ ਇਸ ਵਾਰ ਅੱਲਾ ਨੇ ਬਾਰਿਸ਼ਾਂ। ਅਮਰਜੀਤ ਚੰਦਨ ਦਾ ਇਹ ਲੇਖ ਵੀ ਅੱਲਾ ਦੀਆਂ ਬਾਰਿਸ਼ਾਂ ਵਰਗਾ ਹੈ। ਪੁੰਛ ਦੇ ਰਹਿ ਚੁੱਕੇ ਡਿਪਟੀ ਕਮਿਸ਼ਨਰ ਤੇ ਜੰਮੂ ਵਸੇਂਦੇ ਖਾਲਿਦ ਹੁਸੈਨ ਦੀਆਂ ਪੰਜਾਬੀ ਵਿੱਚ ਲਿਖੀਆਂ ਕਹਾਣੀਆਂ ਦੀਆਂ ਕਈ ਕਿਤਾਬਾਂ ਛਪ ਚੁੱਕੀਆਂ ਨੇ। ਖਾਲਿਦ ਹੁਸੈਨ ਲਿਖਦੇ ਨੇ, ਅਸਾਂ ਵੀ ਉੱਥੇ ਜਾਣਾ। ਕਸਬਾ ਰਾਮਨਗਰ, ਜ਼ਿਲ੍ਹਾ ਊਧਮਪੁਰ, ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸਾਡੇ ਦਾਦਾ ਮਾਸਟਰ ਹਬੀਬੁੱਲਾ, ਸਾਡਾ ਪਿਓ ਮਾਸਟਰ ਸ਼ੇਖ ਗੁਲਾਮ ਹੁਸੈਨ, ਚਾਚਾ ਅਬਦੁਲ ਕਰੀਮ, ਉਸਦੀ ਵਹੁਟੀ ਤੇ ਬੱਚਾ ਚਾਚਾ ਅਬਦੁਲ ਕਯੂਮ, ਫੁੱਫੜ ਮੁਹੰਮਦ ਦੀਨ ਤੇ ਦੋ ਭਰਾ ਦੰਗਿਆਂ ਦੀ ਭੇਟ ਚੜ੍ਹ ਗਏ ਸਨ। ਬਚਣ ਵਾਲਿਆਂ ਵਿੱਚ ਮਾਂ ਬੈਤੁਲ ਬੇਗਮ, ਭੈਣ ਜ਼ੁਬੈਦਾ, ਭਰਾ ਮੁਹੰਮਦ ਇਸਾਕ, ਫੁੱਫੀ ਗੁਲਾਮ ਫਾਤਮਾ ਤੇ ਮੈਂ ਖਾਲਿਦ ਹੁਸੈਨ ਸਾਂ। ਫੁੱਫੀ ਨੇ ਆਪਣੀਆਂ 5 ਧੀਆਂ ਦਲਿਤ ਭਾਈਚਾਰੇ ਦੇ ਲੋਕਾਂ ਦੇ ਹਵਾਲੇ ਕਰ ਦਿੱਤੀਆਂ ਸਨ ਕਿ ਜੇ ਬਚੇ ਰਹੇ ਤਾਂ ਵਾਪਸ ਲੈ ਜਾਵਾਂਗੇ, ਨਹੀਂ ਤਾਂ ਤੁਹਾਡੀਆਂ। ਇੰਜ ਫੁੱਫੀ ਵੀ ਸਾਡੇ ਨਾਲ ਆ ਰਲੀ ਸੀ। ਅਸੀਂ ਪਿਤਾ ਦੇ ਦੋਸਤ ਲਾਲਾ ਅਮਰਨਾਥ ਦੇ ਘਰੇ ਗਏ। ਲਾਲਾ ਅਮਰਨਾਥ ਸਾਡੇ ਪਿਤਾ ਦਾ ਬਚਪਨ ਦਾ ਦੋਸਤ ਸੀ। ਦੋਵੇਂ ਪਹਿਲੀ ਜਮਾਤ ਤੋਂ ਲੈ ਕੇ BA ਤੱਕ ਇਕੱਠੇ ਹੀ ਪੜ੍ਹੇ ਸਨ। ਫਿਰ ਅਮਰਨਾਥ ਲਾਅ ਕਰਕੇ ਵਕੀਲ ਬਣ ਗਿਆ ਤੇ ਪਿਤਾ ਸਕੂਲ ਮਾਸਟਰ। ਅਮਰਨਾਥ ਰਾਸ਼ਟਰੀ ਸੇਵਕ ਸੰਘ ਦਾ ਜ਼ਿਲ੍ਹਾ ਪ੍ਰਧਾਨ ਵੀ ਸੀ। ਉਸਨੇ ਦਿਨ ਵੇਲੇ ਮੂੰਹ ਮੁਲਾਜ਼ੇ ਨੂੰ ਕਿਸੇ ਤਰ੍ਹਾਂ ਸਾਨੂੰ ਅੰਦਰ ਵਾੜ ਹੀ ਲਿਆ ਅਤੇ ਸ਼ਾਮ ਵੇਲੇ ਆਪਣੇ ਗ੍ਰਾਂ ਜਗਾਨੂ ਦੇ ਬਾਰ-ਬਾਰ ਬਣੀ ਆਪਣੀ ਹਵੇਲੀ ਵਿੱਚ ਭੇਜ ਦਿੱਤਾ। ਹਵੇਲੀ ਵਿੱਚ ਦਲਿਤ ਵਰਗ ਦਾ ਚੌਕੀਦਾਰ ਰਹਿੰਦਾ ਸੀ। ਉਸ ਸਾਡੀ ਬਹੁਤ ਟਹਿਲ ਸੇਵਾ ਕੀਤੀ। ਇੱਥੇ ਹੀ ਰਾਤ ਮੇਰੀ ਹਾਮਲਾ ਮਾਂ ਨੇ, ਜਿਸ ਦਾ ਗਰਭ 11ਵੇਂ ਮਹੀਨੇ ਤੱਕ ਪੁੱਜ ਚੁੱਕਾ ਸੀ, ਮੱਝਾਂ ਵਾਲੀ ਖੁਰਲੀ ਵਿੱਚ ਬੱਚੇ ਨੂੰ ਵੀ ਜਨਮ ਦਿੱਤਾ। ਰਾਤ ਦੇ ਪਿਛਲੇ ਪਹਿਰ ਹੀ ਬਲਵਾਈ ਆ ਗਏ। ਚੌਕੀਦਾਰ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹਨਾਂ ਉਸ ਗਰੀਬ ਦਾ ਲਹੂ ਵੀ ਡੋਲ ਦਿੱਤਾ। ਅਸੀਂ ਕਿਸੇ ਤਰ੍ਹਾਂ ਭੇਸ ਵਟਾ ਕੇ ਨਿਕਲ ਚੁੱਕੇ ਸੀ, ਪਰ ਅਗਲੇ ਪਿੰਡ ਸਾਨੂੰ ਪਛਾਣ ਲਿਆ ਗਿਆ। ਮੇਰੀ ਸਕੂਲ ਉਸਤਾਨੀ ਫੁੱਫੀ ਦੀ ਸਿਆਣਪ, ਉਹਨੂੰ ਚੇਤੇ ਗੀਤਾ ਦੇ ਸ਼ਲੋਕਾਂ, ਕਬੀਰ, ਮੀਰਾ ਤੇ ਗੁਰਬਾਣੀ ਨੇ ਸਾਨੂੰ ਬਚਾ ਲਿਆ। ਗੱਲ ਇਹ ਹੈ ਕਿ ਪੁਲ ਹੇਠੋਂ ਬਹੁਤ ਪਾਣੀ ਵਹਿ ਚੁੱਕਿਆ ਹੈ। ਮੈਂ ਖਾਲਿਦ ਹੁਸੈਨ ਪੁੱਤਰ ਸ਼ੇਖ ਗੁਲਾਮ ਹੁਸੈਨ ਅੱਜ ਉਹਨਾਂ ਸਾਰਿਆਂ ਨੂੰ ਤਹਿ ਦਿਲੋਂ ਮਾਫ਼ ਕਰਦਾ ਜਿਨ੍ਹਾਂ ਕੋਲੋਂ ਸਾਡੇ ਨਾਲ ਵਧੀਕੀ ਹੋ ਗਈ ਸੀ। ਆਪਣੇ ਪਿਤਾ ਦੇ ਦੋਸਤ ਸੰਘ ਦੇ ਨੇਤਾ ਲਾਲਾ ਅਮਰਨਾਥ ਹੋਰਾਂ ਦਾ ਸਾਨੂੰ ਆਪਣੇ ਪਿੰਡ ਆਪਣੀ ਹਵੇਲੀ ਵਿੱਚ ਸ਼ਰਨ ਦੇਣ ਲਈ ਸ਼ੁਕਰਾਨਾ ਕਰਦਾ ਹਾਂ। ਉਸ ਗਰੀਬ ਦਲਿਤ ਚੌਕੀਦਾਰ ਦਾ ਰਿਣੀ ਰਹਿੰਦਾ ਉਸ ਤੋਂ ਵੀ ਮੁਆਫ਼ੀ ਮੰਗਦਾ ਸਾਡੇ ਕਾਰਨ ਜਿਸ ਨੂੰ ਆਪਣੀ ਜਾਨ ਗਵਾਉਣੀ ਪਈ। ਉਹਨਾਂ ਸਾਰਿਆਂ ਤੋਂ ਖਿਮਾ ਮੰਗਦਾ ਜਿਨ੍ਹਾਂ ਉੱਤੇ ਜ਼ੁਲਮ ਹੋਏ ਸਨ। ਅਸੀਂ ਪੰਜਾਬੀ ਕੌਮ ਇਹ ਭਾਰ ਹੋਰ ਕਿੰਨੀ ਦੇਰ ਚੁੱਕੀ ਰੱਖ ਸਕਦੇ ਹਾਂ। ਅਮਰਜੀਤ ਚੰਦਨ ਠੀਕ ਕਹਿ ਰਿਹਾ ਹੈ, ਮਾਫ਼ੀ ਮੰਗੋ, ਮਾਫ਼ੀ ਦੇਵੋ, ਆਪਣੇ ਗੁਨਾਹਾਂ ਦਾ ਕਫਾਰਾ ਕਰੋ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਰਿਟਾਇਰਡ ਪ੍ਰੋਫੈਸਰ, ਇਤਿਹਾਸਕਾਰ ਤੇ ਰਾਜਨੀਤੀਵਾਨ ਹਰੀਸ਼ ਪੁਰੀ ਲਿਖਦੇ ਨੇ, ਅਮਰਜੀਤ ਚੰਦਨ ਦੇ ਲੇਖ ਸੰਨ 47 ਦੇ ਗੁਨਾਹਾਂ ਦਾ ਲੇਖਾ ਨੇ ਸਾਡੇ ਜੁਰਮਾਂ ਤੇ ਗੁਨਾਹਾਂ ਦੀ ਅੱਲੇ ਜ਼ਖਮਾਂ ਵਾਲੀ ਰਗ ਤੇ ਹੱਥ ਲਾਇਆ ਹੈ। ਅਸੀਂ ਪੰਜਾਬੀ ਲੋਕਾਂ ਨੇ 47 ਦੀ ਵੰਡ ਵੇਲੇ ਦੇ ਦੰਗਿਆਂ ਫਸਾਦਾਂ ਦੌਰਾਨ ਇੱਕ ਦੂਜੇ ਫਿਰਕੇ ਦੇ ਆਪਣੇ 10 ਲੱਖ ਭੈਣ ਭਰਾਵਾਂ, ਹਮਸਾਇਆਂ ਦੇ ਨਾਲ ਕਤਲੋਗਾਰਤ, ਜਬਰ ਜਨਾਹ, ਆਤਿਸ਼ਜ਼ਨੀ ਦੇ ਬੇਇੰਤਹਾ ਜੁਰਮ ਕੀਤੇ। ਪਰ ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਦੋਵੇਂ ਪਾਸੇ ਇਲਜ਼ਾਮ ਦੂਜੇ ਦੇ ਗਲ ਮੜ ਕੇ ਜੁਰਮ ਤੋਂ ਪਾਸਾ ਵੱਟਣ ਜਾਂ ਆਪਣੇ ਆਪ ਨੂੰ ਬਰੀ ਕਰਨ ਦੀ ਕੋਝੀ ਕੋਸ਼ਿਸ਼ ਕਰਦੇ ਰਹੇ ਹਾਂ। ਕਿੰਨਾ ਸੌਖਾ ਹੁੰਦਾ ਹੈ ਦੂਜੇ ਸਿਰ ਪਹਿਲ ਦਾ ਇਲਜ਼ਾਮ ਲਾ ਕੇ ਆਪਣੇ ਪਾਗਲਪਨ ਜਾਂ ਚਿੱਟੇ ਸਾਫ਼ ਸਮੂਹਕ ਜੁਰਮ ਨੂੰ ਬਦਲੇ ਦੀ ਕਾਰਵਾਈ ਵਜੋਂ ਜਾਇਜ਼ ਕਰਾਰ ਦੇਣਾ ਤੇ ਆਪਣੇ ਜ਼ਮੀਰ ਤੇ ਕੋਈ ਭਾਰ ਨਾ ਪੈਣ ਦੇਣਾ। ਅਸੀਂ ਆਪਣੇ ਆਪਣੇ ਪਾਸੇ ਵੀ ਕਦੀ ਜੁੜ ਬੈਠ ਕੇ ਸੰਜੀਦਗੀ ਨਾਲ ਮਹਿਸੂਸ ਨਹੀਂ ਕੀਤਾ, ਵਿਚਾਰ ਨਹੀਂ ਕੀਤਾ ਕਿ ਸਾਡੇ ਚੰਗੇ ਭਲੇ ਆਮ ਲੋਕਾਂ ਵਿੱਚ ਵੱਡੇ ਪੈਮਾਨੇ ਤੇ ਇੰਤਹਾ ਦੀ ਦਰਿੰਦਗੀ ਵਾਲੇ ਫਤੂਰ ਇੱਕ ਦੂਜੇ ਫਿਰਕੇ ਦੀਆਂ ਔਰਤਾਂ ਨਾਲ ਸਰੇਆਮ ਨਿਹਾਇਤ ਵਹਿਸ਼ੀਆਨਾ ਸਲੂਕ ਦੀ ਸ਼ਰਮ ਮੰਨਣ ਦੀ ਬਜਾਏ ਉਜੱਡਪੁਣਾ ਕਿਉਂ ਆ ਗਿਆ ਸੀ? ਕੀ ਐਸਾ ਫਿਰਕੂ ਰਾਖਸ਼ਪੁਣਾ ਸਾਡੇ ਅੰਦਰ ਹਾਲਾਂ ਵੀ ਛੁਪਿਆ ਤਾਂ ਨਹੀਂ ਪਿਆ? ਇੱਕੇ ਦੁੱਕੇ ਹਸਾਸ ਸਿਆਣੇ ਬੰਦਿਆਂ ਨੂੰ ਛੱਡ ਕੇ ਅੱਜ ਤਾਈਂ ਕੋਈ ਖਾਸ ਤਸ਼ਵੀਸ਼ ਨਜ਼ਰ ਨਹੀਂ ਆਈ ਕਿ ਸਾਡੇ ਲੋਕਾਂ ਵਿੱਚ ਇਸ ਤਰ੍ਹਾਂ ਦਾ ਪਾਗਲਪਨ ਕਿਤੇ ਫੇਰ ਸਵਾਰ ਨਾ ਹੋ ਜਾਵੇ। ਕੋਈ ਉਪਰਾਲਾ ਸੋਚਿਆ ਜਾਵੇ, ਕੀਤਾ ਜਾਵੇ। ਸੰਨ 1984 ਵਿੱਚ ਹੋਏ ਦੰਗਿਆਂ ਵੇਲੇ ਬਹੁਤ ਸਾਰੇ ਡਰੇ ਹੋਏ ਲੋਕਾਂ ਨੂੰ ਕਾਫੀ ਹੱਦ ਤੱਕ ਸੰਨ 47 ਦੀ ਭੁੱਲੀ ਹੋਈ ਵਹਿਸ਼ਤ ਤੇ ਦੰਗਿਆਂ ਦੀ ਯਾਦ ਆਈ ਸੀ।
ਚੰਦਨ ਸੋਚਦਾ ਤੇ ਮਹਿਸੂਸ ਕਰਦਾ ਹੈ ਕਿ ਪੰਜਾਬੀ ਲੋਕਾਂ ਦੇ ਸਿਰ ਤੇ 47 ਦੇ ਗੁਨਾਹਾਂ ਦਾ ਪਿਆ ਭਾਰ ਕਫਾਰਾ ਕਰਨ, ਪ੍ਰਾਸ਼ਚਿਤ ਕਰਨ ਨਾਲ, ਭੁੱਲ ਬਖਸ਼ਾਉਣ ਨਾਲ ਹੀ ਹਟ ਸਕਦਾ ਹੈ। ਇਹਨੂੰ ਲੱਗਦਾ ਹੈ ਕਿ ਕੌਮੀ ਗੁਨਾਹਾਂ ਦਾ ਕਫਾਰਾ ਕਰਨ ਵਾਲੇ ਮੁਲਕਾਂ ਜਾਂ ਕੌਮਾਂ ਦੇ ਸਰਬਰਾਹ ਹੀ ਹੁੰਦੇ ਨੇ, ਪਰ ਇਸ ਵੇਲੇ ਦੋਵੇਂ ਪਾਸੇ ਦੇ ਪੰਜਾਬ ਵਿੱਚ ਐਸਾ ਕੋਈ ਸਰਕਾਰੀ ਅਹੁਦੇਦਾਰ ਜਾਂ ਕੋਈ ਹੋਰ ਸਿਰਕੱਢ ਲੀਡਰ, ਉੱਚੇ ਸੁੱਚੇ ਇਖਲਾਕ ਵਾਲਾ ਬੰਦਾ ਹੈ ਨਹੀਂ ਜੋ ਗੁਨਾਹਾਂ ਲਈ ਮੁਆਫੀ ਮੰਗੇ। ਜਿਹੜੀਆਂ ਧਿਰਾਂ ਉਸ ਵੇਲੇ ਹਥਿਆਰਾਂ ਨਾਲ ਲੈਸ ਜਥੇਬੰਦ ਹੋ ਕੇ ਇੱਕ ਦੂਜੇ ਦੇ ਤਬਕੇ ਦੇ ਨਿਹੱਥੇ ਬੇਕਸੂਰ ਲੋਕਾਂ ਦੇ ਕਤਲ ਕਰਨ ਵਿੱਚ ਪੇਸ਼ ਸਨ, ਉਹਨਾਂ ਕੋਲੋਂ ਐਸੀ ਉਮੀਦ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਫਿਰ ਕੀਤਾ ਕੀ ਜਾਵੇ? ਆਮ ਲੋਕ ਤਾਂ ਯਤਨ ਕਰ ਸਕਦੇ ਹਨ, ਜਿਵੇਂ 1971 ਵਿੱਚ ਪੂਰਬੀ ਬੰਗਾਲ, ਹੁਣ ਬੰਗਲਾਦੇਸ਼ ਵਿੱਚ ਔਰਤਾਂ ਨਾਲ ਪਾਕਿਸਤਾਨੀ ਫੌਜ ਦੇ ਢਾਹੇ ਜ਼ੁਲਮਾਂ ਲਈ ਪਾਕਿਸਤਾਨ ਦੇ ਵਿਮਨਜ਼ ਐਕਸ਼ਨ ਫੋਰਮ ਨੇ ਪਾਕਿਸਤਾਨੀ ਜੁਰਮ ਦਾ ਇੰਕਸ਼ਾਫ ਕਰਕੇ ਸ਼ਰਮਿੰਦਗੀ ਜ਼ਾਹਰ ਕਰਕੇ ਮੁਆਫੀ ਮੰਗਣ ਦੀ ਹਿੰਮਤ ਕੀਤੀ ਸੀ। ਪਰ ਐਸਾ ਉਪਰਾਲਾ ਵੀ ਉਦੋਂ ਹੀ ਮੁਮਕਿਨ ਹੁੰਦਾ ਹੈ ਜੇ ਅਸੀਂ ਫਿਰਕੇ ਤੇ ਮੁਲਕੀ ਆਧਾਰ ਤੇ ਵੈਰ ਭਾਵ ਤੇ ਰੜਕ ਤੋਂ ਮੁਕਤ ਹੋਈਏ। ਕਫਾਰੇ ਦੀ ਲੋੜ ਤਾਂ ਗੁਨਾਹ ਦੇ ਅਹਿਸਾਸ, ਸ਼ਰਮਿੰਦਗੀ, ਆਪਣੇ ਆਪ ਨਾਲ ਨਾਰਾਜ਼ਗੀ ਵਾਲੀ ਹਾਲਤ ਤੋਂ ਪੈਦਾ ਹੁੰਦੀ ਹੈ। ਇਹਦੀ ਤਹਿ ਵਿੱਚ ਸੁਲ੍ਹਾ ਸਫਾਈ, ਜ਼ਖਮ ਭਰ ਕੇ ਮਿੱਤਰਤਾ, ਭਾਈਚਾਰਾ ਕਾਇਮ ਕਰਨ ਦੀ ਖਾਹਿਸ਼ ਹੋਣੀ ਹੁੰਦੀ ਹੈ। ਜੇ ਪੰਜਾਬੀਆਂ ਨੇ ਆਪਸੀ ਪਛਾਣ ਹੀ ਫਿਰਕੇ ਦੇ ਤੌਰ ਤੇ ਵੰਡੇ ਹੋਏ ਲੋਕਾਂ ਵਾਲੀ ਬਣਾਈ ਹੋਵੇ ਤਾਂ ਨਾ ਤੇ ਗੁਨਾਹਾਂ ਦੇ ਭਾਰ ਦਾ ਮਸਲਾ ਹੱਲ ਹੁੰਦਾ ਹੈ, ਨਾ ਹੀ ਕਫਾਰੇ ਦਾ ਸਵਾਲ। ਇਨਸਾਨੀ ਮੂਰਖਤਾ ਤੋਂ ਅਵੇਸਲਾ ਨਹੀਂ ਹੋਇਆ ਜਾ ਸਕਦਾ। ਇਨਸਾਨਾਂ ਵਿੱਚ ਗੈਰ ਇਨਸਾਨੀ ਤੱਤ ਵੀ ਹੁੰਦਾ ਹੈ। ਵੈਸੇ ਵੀ ਇਸ ਯੁੱਗ ਨੂੰ ਏਜ ਆਫ ਐਂਗਰ, ਗੁੱਸੇ ਵਾਲਾ ਯੁੱਗ ਕਿਹਾ ਜਾਂਦਾ ਹੈ। ਪਰ ਇਸ ਤੋਂ ਇਲਾਵਾ ਇੱਕ ਸਵਾਲ ਇਹ ਸੋਚਣ ਦਾ ਵੀ ਹੈ ਕਿ ਕੀ ਮੁਆਫੀ ਮੰਗਣ ਨਾਲ ਵਾਕਿਆ ਹੀ ਕੌਮਾਂ ਜਾਂ ਫਿਰਕਿਆਂ ਦੇ ਜ਼ਖਮ ਭਰ ਜਾਂਦੇ ਹਨ? ਕੀ ਵਿਕਟਮ ਦੀ ਦੂਜੀ ਧਿਰ ਦੀ ਸ਼ਮੂਲੀਅਤ ਤੋਂ ਬਿਨਾਂ ਮੁਆਫੀ ਹੋ ਸਕਦੀ ਹੈ? ਪਰ ਸ਼ਾਇਦ ਕਫਾਰਾ ਬਿਨਾਂ ਮੁਆਫੀ ਤੋਂ ਵੀ ਮੁਮਕਿਨ ਹੋ ਸਕਦਾ ਹੈ ਜੇ ਪਹਿਲਾਂ ਫਿਰਕੇਦਾਰਾਨਾ ਦੂਸ਼ਣਬਾਜ਼ੀ ਨੂੰ ਰੋਕਿਆ ਜਾਵੇ, ਵੈਰ ਭਾਵ ਤੋਂ ਮੁਕਤ ਹੋਇਆ ਜਾਵੇ, ਦੂਜਿਆਂ ਵੱਲ ਨਫ਼ਰਤ ਦੀ ਥਾਂ ਮੁਹੱਬਤੀ ਤੇ ਲਿਹਾਜ਼ਦਾਰ ਵਤੀਰਾ ਆਮ ਜ਼ਾਹਰ ਹੋਵੇ। ਐਸਾ ਰਵੱਈਆ ਤੇ ਸਲੂਕ ਖਾਮੋਸ਼ ਕਿਸਮ ਦੀ ਮੁਆਫੀ ਜਾਂ ਕਫਾਰੇ ਦਾ ਇਜ਼ਹਾਰ ਬਣ ਸਕਦਾ ਹੈ। ਭਾਈ ਵੀਰ ਸਿੰਘ ਸਦਨ, ਨਈ ਦਿੱਲੀ ਦੇ ਇਤਿਹਾਸਕਾਰ ਮੋਹਿੰਦਰ ਸਿੰਘ ਲਿਖਦੇ ਨੇ, ਖਿਮਾ ਜਾਚਨਾ ਹੌਸਲੇ ਦਾ ਕੰਮ ਹੈ। ਸੰਨ 47 ਦੇ ਗੁਨਾਹਾਂ ਦੀ ਖਿਮਾ ਜਾਚਨਾ ਦਾ ਅਮਰਜੀਤ ਚੰਦਨ ਦਾ ਖਿਆਲ ਸੱਚਮੁੱਚ ਬੜਾ ਨੇਕ ਤੇ ਦਿਲ ਝੰਜੋੜਨ ਵਾਲਾ ਹੈ। ਮੇਰਾ ਨਹੀਂ ਖਿਆਲ ਕਿ ਉਦੋਂ ਦੇ ਕੀਤੇ ਪਾਪਾਂ ਵਾਸਤੇ ਮੁਸਲਿਮ ਲੀਗੀ, ਮਹਾਸਭਾਈ ਜਾਂ ਅਕਾਲੀਆਂ ਦਾ ਕੋਈ ਨੁਮਾਇੰਦਾ ਅੱਗੇ ਹੋ ਕੇ ਮੁਆਫੀ ਮੰਗਣ ਦਾ ਹੌਸਲਾ ਕਰੇਗਾ। ਮੈਂ ਇਸ ਕਾਰਜ ਦੀ ਪੂਰੀ ਹਮਾਇਤ ਕਰਦਾ ਹਾਂ ਤੇ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਪ੍ਰੇਰਾਂਗਾ। ਇਤਿਹਾਸ ਦੇ ਏਡੇ ਵੱਡੇ ਬੋਝ ਨੂੰ ਆਪਣੀ ਆਤਮਾ ਤੋਂ ਉਤਾਰਨਾ ਸੌਖਾ ਕੰਮ ਨਹੀਂ। ਇਹਦੀ ਆਸ ਆਮ ਲੋਕਾਂ ਤੋਂ ਹੀ ਰੱਖਣੀ ਚਾਹੀਦੀ ਹੈ, ਸੰਸਥਾਵਾਂ ਜਥੇਬੰਦੀਆਂ ਤੋਂ ਨਹੀਂ। ਅੱਜ ਵਾਘੇ ਬਾਰਡਰ ਤੇ ਹਰ ਸ਼ਾਮ ਜੋ ਤਮਾਸ਼ਾ ਹੁੰਦਾ ਹੈ, ਉਹਨੂੰ ਵੇਖ ਕੇ ਕਿੰਨੀ ਮਾਯੂਸੀ, ਸ਼ਰਮ ਤੇ ਬੇਬਸੀ ਦਾ ਅਹਿਸਾਸ ਹੁੰਦਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸ਼ਹੀਦ ਭਗਤ ਸਿੰਘ ਚੇਅਰ ਦੇ ਪ੍ਰੋਫੈਸਰ ਰੌਣਕੀ ਰਾਮ ਲਿਖਦੇ ਨੇ, ਹੌਸਲਾ ਤੇ ਨਿਰਪੱਖਤਾ। ਸੰਨ 47 ਦੇ ਗੁਨਾਹਾਂ ਦਾ ਲੇਖਾ ਉਸ ਵੇਲੇ ਦੇ ਸੰਗੀਨ ਹਾਲਾਤ ਬਾਰੇ ਅਮਰਜੀਤ ਚੰਦਨ ਦੀ ਬਹੁਤ ਹੀ ਭਾਵਪੂਰਤ ਲਿਖਤ ਹੈ। ਇਹਨਾਂ ਨੇ ਬਹੁਤ ਹੌਸਲੇ ਤੇ ਨਿਰਪੱਖਤਾ ਨਾਲ ਆਪਣੇ ਵਿਚਾਰ ਪੇਸ਼ ਕੀਤੇ ਹਨ। ਇਸ ਤਰ੍ਹਾਂ ਦੀਆਂ ਲਿਖਤਾਂ ਲਹਿੰਦੇ ਪੰਜਾਬੀਆਂ ਨੂੰ ਵੀ ਲਿਖਣੀਆਂ ਚਾਹੀਦੀਆਂ ਹਨ ਤਾਂ ਕਿ ਦੋਨਾਂ ਪੰਜਾਬਾਂ ਵਿੱਚ 47 ਦੇ ਘੱਲੂਘਾਰੇ ਬਾਰੇ ਨਿਰਪੱਖ ਹੋ ਕੇ ਜਾਣਿਆ ਜਾ ਸਕੇ। ਪਰ ਇਸ ਤਰ੍ਹਾਂ ਦੀਆਂ ਲਿਖਤਾਂ ਨੂੰ ਜਗ ਜ਼ਾਹਰ ਕਰਨ ਲਈ ਬਹੁਤ ਸਾਰੀਆਂ ਸਿਆਸੀ ਤੇ ਸਮਾਜੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤਰ੍ਹਾਂ ਦੀ ਇਤਿਹਾਸਕ ਜਾਣਕਾਰੀ ਮਿਲਣ ਨਾਲ ਸਾਡਾ ਸਮਾਜ ਕਈ ਤਰ੍ਹਾਂ ਦੀਆਂ ਕੁਰੀਤੀਆਂ ਤੋਂ ਸੰਭਲ ਸਕਦਾ ਹੈ। ਲੰਡਨ ਵਿੱਚ ਵੀ ਤੇ ਲਾਹੌਰ ਵਿੱਚ ਵੀ ਵਿਚਰਦੇ ਸ਼ਾਇਰ ਮਜ਼ਹਰ ਤਿਰਮਜ਼ੀ ਲਿਖਦੇ ਨੇ, 47 ਦਾ ਕਤਲੇਆਮ ਕੁਰਬਾਨੀ ਨਹੀਂ। ਮੈਂ ਫੇਰ ਕਹਿਣਾ ਕਿ ਸੰਨ 47 ਦੇ ਕਤਲੇਆਮ ਨੂੰ ਕੁਰਬਾਨੀ ਨਾ ਕਹੋ। ਬਾਬਾ ਜੀ ਨੇ ਆਖਿਆ ਸੀ, ਜੇ ਰੁੱਤ ਲੱਗੈ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕੋ ਨਿਰਮਲ ਚੀਤ। ਸ਼ਲੋਕ ਮਹਿਲਾ ਪਹਿਲਾ। ਪੰਜਾਬੀਆਂ ਦੀ ਤਾਰੀਖ ਦਾ ਜਾਮਾ ਪਲੀਤ ਕਰਨ ਵਾਲੇ ਵੀ ਖਾਕ ਹੋ ਗਏ। ਆਓ ਹੁਣ ਆਪਣੇ ਚਿੱਤ ਨਿਰਮਲ ਕਰਕੇ ਇਸ ਰਤ ਦਾ ਦਾਗ ਧੋਈਏ। ਲੱਖਾਂ ਬੇਉਜ਼ਰ ਬੇਗੁਨਾਹ ਪੰਜਾਬੀਆਂ ਦੇ ਕਤਲੇਆਮ ਦੀ ਮਾਫੀ ਮੰਗ ਕੇ ਪਾਰਟੀਸ਼ਨ ਦੇ ਰਿਸਦੇ ਜ਼ਖਮਾਂ ਨੂੰ ਭਰਨ ਦਾ ਚਾਰਾ ਕਰੀਏ। ਪੌਣੀ ਸਦੀ ਮਗਰੋਂ ਅੱਜ ਇਹ ਸਵਾਲ ਸਾਡੇ ਜ਼ਮੀਰ ਦਾ ਸਵਾਲ ਬਣ ਗਿਆ ਹੈ ਕਿ ਪੰਜਾਬੀਆਂ ਬਦਲਾ, ਨਾਦਾਨੀ ਤੇ ਮੂਰਖਤਾ ਦਾ ਇਕਰਾਰ ਕਰਕੇ ਆਪਣੇ ਜ਼ਮੀਰ ਨੂੰ ਹੌਲਾ ਕਰਨਾ ਹੈ ਜਾਂ ਵੰਡਣ ਵਾਲੀਆਂ ਤਾਕਤਾਂ ਦੇ ਜਨੂਨੀ ਫਲਸਫੇ ਦਾ ਭਾਰ ਚੁੱਕੀ ਰੱਖਣਾ ਹੈ। ਲੇਖਕ ਤੇ ਪੱਤਰਕਾਰ ਸੁਕੀਰਤ ਆਨੰਦ ਲਿਖਦੇ ਨੇ, ਮਨੁੱਖਵਾਦੀ ਫਰਜ਼। ਸੰਨ 47 ਦੇ ਗੁਨਾਹਾਂ ਦਾ ਲੇਖਾ ਅਮਰਜੀਤ ਚੰਦਨ ਦਾ ਬੜਾ ਲੋੜੀਂਦਾ ਲੇਖ ਹੈ, ਇਸ ਲਈ
ਕਿਉਂਕਿ ਤਕਰੀਬਨ ਪੌਣੀ ਸਦੀ ਲੰਘ ਜਾਣ ਮਗਰੋਂ ਵੀ ਉਹਨਾਂ ਗੁਨਾਹਾਂ ਲਈ ਮਾਫੀ ਤਾਂ ਗੁਨਾਹਗਾਰਾਂ ਨੇ ਕੀ ਮੰਗਣੀ ਸੀ। ਉਹ ਅੱਗੋਂ ਤੋਂ ਮੁੜ ਐਸੇ ਗੁਨਾਹਾਂ ਤੋਂ ਤੌਬਾ ਕਰਨ ਲਈ ਵੀ ਤਿਆਰ ਨਹੀਂ। ਖਲਨਾਇਕ ਇਹ ਰਿਹਾ ਹੋਵੇ ਜਾਂ ਉਹ, ਜਾਂ ਸ਼ਾਇਦ ਵੇਲੇ ਦੇ ਖਲਨਾਇਕਾਂ ਦਾ ਰਲਵਾਂ ਲਾਣਾ, ਉਹ ਆਪ ਤਾਂ ਮਰ ਮੁੱਕ ਚੁੱਕੇ ਨੇ, ਪਰ ਆਪਣੇ ਵਿਚਾਰਧਾਰਕ ਪੈਰੋਕਾਰਾਂ ਦੇ ਪੂਰਾਂ ਦੇ ਪੂਰ ਪਿੱਛੇ ਛੱਡ ਗਏ ਨੇ। ਚੰਦਨ ਲਿਖਦਾ ਹੈ ਕਿ ਪਹਿਲਕਿਆਂ ਦੀਆਂ ਕੀਤੀਆਂ ਮਗਰੋਂ ਆਉਣ ਵਾਲੀਆਂ ਨਸਲਾਂ ਨੂੰ ਭੁਗਤਣੀਆਂ ਪੈਂਦੀਆਂ ਨੇ, ਪਰ ਕਈ ਵਾਰ ਮਗਰੋਂ ਆਉਣ ਵਾਲੀਆਂ ਨਸਲਾਂ ਉਹਨਾਂ ਨੂੰ ਦੁਹਰਾਉਂਦੀਆਂ ਵੀ ਨੇ, ਜੇ ਇਹਨਾਂ ਗੁਨਾਹਾਂ ਦਾ ਲੇਖਾ ਕਰਨ ਵਾਲਾ ਕੋਈ ਹੋਵੇ ਹੀ ਨਾ। ਇਸੇ ਲਈ ਅਮਰਜੀਤ ਚੰਦਨ ਦਾ ਇਹ ਲੇਖ ਲੋੜੀਂਦਾ ਵੀ ਹੈ, ਸਮੇਂ ਦੀ ਮੰਗ ਵੀ। ਦੋਵਾਂ ਪਾਸਿਆਂ ਦੇ ਹੁਕਮਰਾਨਾਂ ਨੂੰ ਇਹ ਸਭ ਫਰੋਲਣਾ, ਕਫਾਰਾ ਕਰਨਾ ਤਾਂ ਦੂਰ ਦੀ ਗੱਲ ਏ। ਇਹ ਸਭ ਫਰੋਲਣਾ ਗਵਾਰਾ ਵੀ ਨਾ ਹੋਵੇ, ਧਨਵੰਤਰੀ ਵਰਗੇ ਮਾਦੇ ਵਾਲੇ ਕਮਿਊਨਿਸਟ, ਗੁਰਬਖਸ਼ ਸਿੰਘ ਦੇ ਜੇਰੇ ਵਾਲੇ ਮਨੁੱਖਵਾਦੀ ਇੱਧਰ ਵੀ ਹੈਣ ਤੇ ਉੱਧਰ ਵੀ। ਚੰਦਨ ਦਾ ਇਹ ਲੇਖ ਉਹਨਾਂ ਦੀਆਂ ਬਾਹਾਂ ਨੂੰ ਹੋਰ ਬਲ ਬਖਸ਼ੇਗਾ, ਕੋਲ-ਕੋਲ ਖਲੋ ਕੇ ਗੱਲ ਕਰਨ ਲਈ ਸਾਂਝੀ ਜ਼ਮੀਨ ਤਿਆਰ ਕਰਨ ਵਿੱਚ ਸਹਾਈ ਹੋਵੇਗਾ। ਸਾਇੰਸਦਾਨ ਅਤੇ IISER ਮੋਹਾਲੀ ਦੇ ਪ੍ਰੋਫੈਸਰ ਡਾਕਟਰ ਅਰਵਿੰਦ ਲਿਖਦੇ ਨੇ, ਇਤਿਹਾਸ 'ਚ ਅਜਿਹੀ ਕੋਈ ਮਿਸਾਲ ਨਹੀਂ। ਨਵੰਬਰ 2020 ਦੀ ਪ੍ਰੀਤ ਲੜੀ ਵਿੱਚ ਅਮਰਜੀਤ ਚੰਦਨ ਦਾ ਲੇਖ ਸੰਨ 47 ਦੇ ਗੁਨਾਹਾਂ ਦਾ ਲੇਖਾ ਪੜ੍ਹਿਆ। ਉਸਨੇ ਅਹਿਮ ਸਵਾਲ ਉਠਾਇਆ ਹੈ, ਕੀ ਅਸੀਂ ਇਤਿਹਾਸ ਨੂੰ ਅਣਗੌਲਿਆ ਕਰਕੇ ਅੱਗੇ ਵਧ ਸਕਦੇ ਹਾਂ? ਕੀ ਸਾਨੂੰ ਸਮਾਜਿਕ ਰੂਪ ਵਿੱਚ ਆਪਣੀਆਂ ਇਤਿਹਾਸਕ ਗਲਤੀਆਂ ਨੂੰ ਮੰਨਣਾ ਚਾਹੀਦਾ ਹੈ? ਮਨੁੱਖ ਤੇ ਜਾਨਵਰ ਵਿੱਚ ਸਭ ਤੋਂ ਵੱਡਾ ਫਰਕ ਇਹੋ ਹੈ ਕਿ ਮਨੁੱਖ ਕੋਲ ਆਪਣਾ ਇਤਿਹਾਸ ਹੁੰਦਾ ਹੈ, ਜੋ ਜਾਨਵਰ ਕੋਲ ਨਹੀਂ ਹੁੰਦਾ, ਤੇ ਇਸੇ ਜ਼ਰੀਏ ਉਹ ਆਪਣੇ ਪੁਰਖਿਆਂ ਦੇ ਜੀਵਨ, ਸੱਭਿਆਚਾਰ ਤੇ ਕਾਰਨਾਮਿਆਂ ਨਾਲ ਜੁੜਦਾ ਹੈ। ਕਈ ਵਾਰ ਜਦੋਂ ਅਗਲੀ ਪੀੜ੍ਹੀ ਇਤਿਹਾਸ ਤੇ ਸਾਹਿਤ ਤੋਂ ਮੂੰਹ ਮੋੜ ਕੰਪਿਊਟਰ ਤੇ ਫੋਨ ਨਾਲ ਜੁੜੀ ਰਹਿੰਦੀ ਹੈ, ਤਾਂ ਉਹਨਾਂ ਵਿੱਚ ਮਨੁੱਖ ਨਾਲੋਂ ਪਸ਼ੂ ਬਿਰਤੀ ਭਾਰੀ ਨਜ਼ਰ ਆਉਂਦੀ ਹੈ ਤੇ ਉਹਨਾਂ ਦੀ ਸੱਭਿਆਚਾਰਕ ਸਮਝ ਵੀ ਪੇਤਲੀ ਨਜ਼ਰ ਆਉਂਦੀ ਹੈ। ਇਤਿਹਾਸ ਦੀ ਸਮਝ ਦਾ ਮਤਲਬ ਸਿਰਫ ਜਿੱਤਾਂ ਤੇ ਬਹਾਦਰੀ ਦੀਆਂ ਕਹਾਣੀਆਂ ਹੀ ਨਹੀਂ, ਸਗੋਂ ਉਸ ਸਭ ਚੰਗੇ ਮਾੜੇ ਨੂੰ ਸਮਝਣਾ ਵੀ ਹੈ ਜੋ ਵਾਪਰਿਆ ਹੈ। ਦੇਸ਼ ਵੰਡ ਸਮੇਂ ਪੰਜਾਬ ਵਿੱਚ ਜੋ ਹੋਇਆ ਤੇ ਜਿਸ ਪੱਧਰ ਤੇ ਬੇਦੋਸ਼ੇ ਲੋਕਾਂ ਨੂੰ ਕਤਲ ਕੀਤਾ ਗਿਆ, ਭਾਵੇਂ ਉਹ ਮੁਸਲਮਾਨਾਂ ਕੀਤਾ ਜਾਂ ਹਿੰਦੂ ਸਿੱਖਾਂ ਨੇ, ਇੱਕ ਇਤਿਹਾਸਕ ਸੱਚ ਹੈ ਤੇ ਪੰਜਾਬ ਦੇ ਪਿਛਲੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਕੋਈ ਮਿਸਾਲ ਨਹੀਂ ਮਿਲਦੀ। ਅਸੀਂ ਇਸ ਸੱਚ ਨੂੰ ਅਪਣਾ ਕੇ ਤੇ ਖਿਮਾ ਮੰਗ ਕੇ ਹੀ ਪੰਜਾਬ ਦਾ ਭਲਾ ਕਰ ਸਕਦੇ ਹਾਂ। ਚੰਦਨ ਨੇ ਇਹ ਸਵਾਲ ਪੰਜਾਬੀਆਂ ਦੇ ਸਾਹਮਣੇ ਲਿਆ ਕੇ ਉਹਨਾਂ ਦੀ ਜ਼ਮੀਰ ਨੂੰ ਝੰਜੋੜਿਆ ਹੈ। ਇਸ ਦੇ ਨਾਲ ਉਸਨੇ ਉਹਨਾਂ ਤਾਕਤਾਂ ਦਾ ਜ਼ਿਕਰ ਵੀ ਕੀਤਾ ਹੈ ਜਿਨ੍ਹਾਂ ਬੇਦੋਸ਼ੇ ਲੋਕਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਤੇ ਮਜ਼ਹਬੀ ਤਾਕਤਾਂ ਦਾ ਮੁਕਾਬਲਾ ਕਰਦੇ ਸ਼ਹੀਦ ਹੋ ਗਏ। ਅਜੋਕੇ ਸੰਦਰਭ ਵਿੱਚ ਜਦੋਂ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਤੇ ਵੱਖ-ਵੱਖ ਧਿਰਾਂ ਵੱਲੋਂ ਆਪਣੇ ਪੱਖ ਵਿੱਚ ਸਹੀ ਦਰਸਾਉਣ ਦਾ ਰੁਝਾਨ ਭਾਰੂ ਹੈ, ਇਸ ਲੇਖ ਦਾ ਹੋਰ ਵੀ ਮਹੱਤਵ ਹੈ। ਅਗਲੀ ਗੱਲ ਵੀ ਨਾਲ ਹੀ ਕਰਨੀ ਚਾਹੀਦੀ ਹੈ ਕਿ ਅਸੀਂ ਇਸ ਲੇਖੇ ਜੋਖੇ ਤੋਂ ਬਾਅਦ ਕਰੀਏ ਕੀ ਤੇ ਇਤਿਹਾਸ ਵਿੱਚ ਹੋਈਆਂ ਘਟਨਾਵਾਂ ਤੋਂ ਕਿਸ ਤਰ੍ਹਾਂ ਦੀ ਸੇਧ ਲਈਏ। ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਯਾਦਵਿੰਦਰ ਸਿੰਘ ਨੇ ਲਿਖਿਆ ਹੈ, ਜਾਂ ਫੁੱਲਾਂ ਤਾਂ ਲਾਲ। ਅਮਰਜੀਤ ਚੰਦਨ ਸਫ਼ਿਆਂ ਤੇ ਉਕਰੇ ਇਤਿਹਾਸ ਦੇ ਸ਼ੋਰ ਵਿੱਚੋਂ ਵਿਸਰ ਗਏ ਪਲਾਂ ਦੀ ਬਾਤ ਪਾਉਣ ਦਾ ਕਸਬ ਜਾਣਦਾ ਹੈ। ਉਸ ਨੂੰ ਅਹਿਸਾਸ ਹੈ ਕਿ ਵਰਕਿਆਂ ਤੇ ਲਿਖੇ ਜਾਣ ਤੋਂ ਪਹਿਲਾਂ ਇਤਿਹਾਸ ਬੰਦੇ ਦੀ ਦੇਹ ਤੇ ਲਿਖਿਆ ਜਾਂਦਾ ਹੈ। ਦੇਹ ਤੇ ਉਕਰੀ ਗੁੰਮ ਗੁਆਚ ਗਈ ਤਾਰੀਖ ਭਾਵੇਂ ਇਤਿਹਾਸ ਨਾ ਵੀ ਬਣੇ, ਅਚੇਤਨ ਦਾ ਹਿੱਸਾ ਜ਼ਰੂਰ ਬਣ ਜਾਂਦੀ ਹੈ। ਸਾਡੇ ਮਨ ਦੇ ਧਰਾਤਲ ਤੇ ਵਾਰ-ਵਾਰ ਵਾਪਰਦੀ ਹੈ। ਸਾਨੂੰ ਉਹ ਮੰਜ਼ਰ ਭੁੱਲਣ ਨਹੀਂ ਦਿੰਦੀ ਜਿਸ ਨੂੰ ਅਸੀਂ ਭੁੱਲਣਾ ਲੋਚਦੇ ਹਾਂ। ਸੰਨ 47 ਦੇ ਗੁਨਾਹਾਂ ਦਾ ਲੇਖਾ ਪੇਸ਼ ਕਰਦਿਆਂ ਚੰਦਨ ਪੰਜਾਬ ਦੀ ਵੰਡ ਨਾਲ ਜੁੜੇ ਉਹਨਾਂ ਸਵਾਲਾਂ ਨਾਲ ਖੌਜੜਦਾ ਹੈ ਜਿਨ੍ਹਾਂ ਨੂੰ ਪੰਜਾਬੀ ਚਾਹ ਕੇ ਵੀ ਵਿਸਾਰ ਨਹੀਂ ਸਕਦੇ। ਪੰਜਾਬੀਆਂ ਦੀ ਹੋਣੀ ਸਲਮਾਨ ਰੁਸ਼ਦੀ ਦੇ ਨਾਵਲ ਮਿਡਨਾਈਟਸ ਚਿਲਡਰਨ ਦੇ ਪਾਤਰ ਸਲੀਮ ਸ਼ਿਨਾਈ ਵਾਲੀ ਹੈ, ਜਿਸ ਨੂੰ ਚਾਹੇ ਅਣਚਾਹੇ 47 ਦੇ ਸੰਤਾਪ ਦਾ ਬੋਝ ਆਪਣੇ ਮੋਢਿਆਂ ਤੇ ਚੁੱਕਣਾ ਹੀ ਪੈਣਾ ਹੈ। ਜ਼ਿਗਮੰਡ ਫਰਾਇਡ ਦੱਸਦਾ ਹੈ ਕਿ ਬੰਦਾ ਸਾਰੀ ਉਮਰ ਆਪਣੇ ਬਚਪਨ ਨਾਲ ਜੁੜੀਆਂ ਕੌੜੀਆਂ ਕੁਸੈਲੀਆਂ ਯਾਦਾਂ ਨੂੰ ਭੁੱਲਣਾ ਲੋਚਦਾ ਹੈ, ਪਰ ਚਾਹ ਕੇ ਵੀ ਇਹਨਾਂ ਤੋਂ ਖਹਿੜਾ ਨਹੀਂ ਛੁਡਾ ਸਕਦਾ। ਇਹ ਸਿਮਰਤੀਆਂ ਵਾਰ-ਵਾਰ ਉਸਦੇ ਚੇਤੇ ਵਿੱਚ ਖਲਲ ਪਾਉਂਦੀਆਂ ਬੀਤ ਗਏ ਨੂੰ ਮੁੜ-ਮੁੜ ਜਿਉਣ ਲਈ ਮਜਬੂਰ ਕਰਦੀਆਂ ਹਨ। ਇਸੇ ਤਰ੍ਹਾਂ ਕਦੇ-ਕਦੇ ਕੌਮਾਂ ਦੇ ਸਮੂਹਕ ਅਚੇਤਨ ਵਿੱਚ ਵੀ ਵਾਪਰਦਾ ਹੈ। ਤਾਰੀਖ ਦਾ ਕੋਈ ਮੰਜ਼ਰ ਕਿਸੇ ਕੌਮ ਦੀ ਹੋਣੀ ਹੋ ਨਿਬੜਦਾ ਹੈ। ਕੌਮਾਂ ਦੇ ਬਾਸ਼ਿੰਦਿਆਂ ਦੇ ਮਨ ਤੇ ਇਹ ਮੰਜ਼ਰ ਵਾਰ-ਵਾਰ ਦਸਤਕ ਦਿੰਦਾ ਹੈ ਅਤੇ ਇਸ ਕੌਮ ਦੇ ਬਾਸ਼ਿੰਦਿਆਂ ਨੂੰ ਇਸ ਮੰਜ਼ਰ ਨਾਲ ਜੁੜੀਆਂ ਯਾਦਾਂ ਪਰੇਸ਼ਾਨ ਕਰਦੀਆਂ ਰਹਿੰਦੀਆਂ ਹਨ। ਸੰਨ 47 ਪੰਜਾਬੀਆਂ ਦੀ ਅਜਿਹੀ ਹੀ ਸਿਮਰਤੀ ਹੈ ਜੋ ਭੁਲਾਉਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬੀ ਬੰਦੇ ਦੇ ਅਚੇਤਨ ਵਿੱਚੋਂ ਕਿਰਦੀ ਨਹੀਂ। ਇਸ ਵਰੇ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਆਜ਼ਾਦੀ ਦਾ ਜਸ਼ਨ ਮਨਾ ਰਹੇ ਸਨ, ਤਾਂ ਦੋ ਹਿੱਸਿਆਂ ਵਿੱਚ ਵੰਡੇ ਪੰਜਾਬ ਦੀ ਤਾਰੀਖ ਖੂਨ ਦੀ ਸਿਆਹੀ ਨਾਲ ਲਿਖੀ ਜਾ ਰਹੀ ਸੀ। 47 ਦੀ ਵੰਡ ਮਹਿਜ਼ ਪੰਜਾਬ ਦੀ ਭੂਗੋਲਕ ਜਾਂ ਸਿਆਸੀ ਤਕਸੀਮ ਨਹੀਂ ਸੀ। ਇਸ ਵੰਡ ਨੇ ਪੰਜਾਬੀ ਬੰਦੇ ਦੀ ਮਾਨਸਿਕਤਾ ਨੂੰ ਵੀ ਨਵੇਂ ਸਿਰਿਓਂ ਭੰਨਿਆ ਤੇ ਘੜਿਆ।
ਭੋਇਮੁਖੀ ਪੰਜਾਬੀ ਬੰਦੇ ਦਾ ਆਪਣੀ ਜ਼ਮੀਨ ਤੋਂ ਉਜਾੜਾ ਅਜਿਹਾ ਨਾਸੂਰ ਸੀ ਜਿਸ ਨੇ ਪੰਜਾਬੀ ਅਚੇਤਨ ਨੂੰ ਮਧੋਲ ਸੁੱਟਿਆ। ਇਹੀ ਕਾਰਨ ਹੈ ਕਿ ਪੰਜਾਬੀ ਬੰਦਾ ਕਦੇ ਸੰਨ 47 ਨੂੰ ਆਜ਼ਾਦੀ ਵਰੇ ਵਾਂਗ ਸਵੀਕਾਰ ਨਹੀਂ ਕਰ ਸਕਿਆ। ਉਸਦੇ ਜ਼ਿਹਨ ਵਿੱਚ ਅੱਜ ਵੀ ਇਹ ਸਾਲ ਵੰਡ, ਬਟਵਾਰੇ, ਦੰਗਿਆਂ ਜਾਂ ਹੱਲਿਆਂ ਦੀਆਂ ਸਿਮਰਤੀਆਂ ਦੇ ਰੂਪ ਵਿੱਚ ਸਾਂਭਿਆ ਪਿਆ ਹੈ। ਚੰਦਨ ਦਾ ਫਿਕਰ ਜਾਇਜ਼ ਹੈ ਕਿ ਪੰਜਾਬੀ ਬੰਦਾ 47 ਦੀ ਵੰਡ ਦੌਰਾਨ ਪੰਜਾਬ ਦੀ ਦੇਹ ਤੇ ਲਿਖੀ ਹਿੰਸਾ ਦੀ ਇਬਾਰਤ ਨੂੰ ਪੜ੍ਹਨ ਤੋਂ ਕਿਉਂ ਖੁੰਝ ਗਿਆ। ਵੰਡ ਦੌਰਾਨ ਵਾਪਰੀ ਹਿੰਸਾ ਦਾ ਸਾਹਿਤਕ, ਸੱਭਿਆਚਾਰਕ ਤੇ ਸਿਆਸੀ ਮੁਲਾਂਕਣ ਤਾਂ ਹੋਇਆ, ਪਰ ਇਸ ਪਿੱਛੇ ਛਿਪੀ ਸੂਖਮ ਹਿੰਸਾ ਦੀ ਮਹੀਨ ਪਰਤ ਕਿਸੇ ਦਾਨਿਸ਼ਵਰ ਦੇ ਹੱਥ ਕਿਉਂ ਨਾ ਲੱਗੀ। ਸਾਡੇ ਸਾਹਿਤਕਾਰ ਪੰਜਾਬ ਦੀ ਕਲਾ ਤੇ ਸਾਹਿਤ ਵਿੱਚ 47 ਦੌਰਾਨ ਪੰਜਾਬੀ ਬੰਦੇ ਅੰਦਰ ਮਗ ਰਹੇ ਵਹਿਸ਼ੀ ਪਾਗਲਪਨ ਦੀ ਥਾਹ ਪਾਉਣ ਤੋਂ ਕਿਉਂ ਖੁੰਝ ਗਏ। ਇਸ ਸਭ ਲਈ ਪੰਜਾਬੀ ਦੋਸ਼ ਦਿੰਦੇ ਵੀ ਤਾਂ ਕਿਸ ਨੂੰ। ਆਖਰ ਇਸ ਕਤਲੇਆਮ ਨੂੰ ਨੇਪਰੇ ਤਾਂ ਖੁਦ ਪੰਜਾਬੀਆਂ ਨੇ ਹੀ ਚਾੜਿਆ ਸੀ। ਉਹਨਾਂ ਨੇ ਸੌਖਾ ਰਾਹ ਕੱਢ ਲਿਆ। ਮੁਸੀਬਤ ਵੇਲੇ ਆਪਣੇ ਵੱਡ ਵਡੇਰਿਆਂ ਨੂੰ ਆਵਾਜ਼ਾਂ ਮਾਰਨ ਲੱਗੇ। ਬਾਬੇ ਨਾਨਕ ਤੇ ਵਾਰਿਸ ਸ਼ਾਹ ਨੂੰ ਮੁਖਾਤਬ ਹੋ ਕੇ ਪੰਜਾਬੀ ਕਵੀ ਖੁਦ ਨੂੰ ਸੁਰਖਰੂ ਮਹਿਸੂਸ ਕਰਨ ਲੱਗੇ ਤੇ ਪੰਜਾਬ ਵੰਡ ਦੀ ਸੂਖਮ ਹਿੰਸਾ ਪਿੱਛੇ ਛਿਪੀ ਮਾਨਸਿਕਤਾ ਤੇ ਧੁੰਦ ਦਾ ਗੁਬਾਰ ਛਾਇਆ ਰਿਹਾ। 47 ਉਹ ਵਰ੍ਹਾ ਹੈ ਜਦੋਂ ਹਿੰਦੁਸਤਾਨੀ ਤੇ ਪਾਕਿਸਤਾਨੀ ਨੇਸ਼ਨ ਸਟੇਟ ਦੀ ਉਸਾਰੀ ਪਿੱਛੇ ਛਿਪੀ ਹਿੰਸਾ ਦੇ ਬਿਰਤਾਂਤ ਨੂੰ ਪਛਾਣਨ ਤੋਂ ਖੁੰਝਿਆ ਪੰਜਾਬੀ ਬੰਦਾ ਆਪਣੇ ਹੀ ਹਮਸਾਇਆਂ ਦਾ ਕਾਤਲ ਬਣਦਾ ਹੈ। ਖੁਦ ਕਤਲੇਆਮ ਦੀ ਧਿਰ ਹੋਣ ਕਾਰਨ ਉਹ ਇਸ ਹਾਦਸੇ ਬਾਰੇ ਖਾਮੋਸ਼ੀ ਧਾਰ ਲੈਂਦਾ ਹੈ ਜਾਂ ਇਸ ਗੁਨਾਹ ਨੂੰ ਬਾਹਰਲਿਆਂ ਸਿਰ ਮੜ ਕੇ ਖੁਦ ਨੂੰ ਸੁਰਖਰੂ ਮਹਿਸੂਸ ਕਰਦਾ ਹੈ। ਸਵਾਲ ਹੈ ਕਿ ਇਸ ਦੇ ਬਾਵਜੂਦ 75 ਵਰ੍ਹਿਆਂ ਬਾਅਦ ਵੀ ਇਹ ਗੁਨਾਹ ਪੰਜਾਬੀਆਂ ਦਾ ਖਹਿੜਾ ਕਿਉਂ ਨਹੀਂ ਛੱਡਦਾ। ਚੰਦਨ ਦਾ ਜਵਾਬ ਹੈ, ਪੰਜਾਬੀ ਲੋਕਾਂ ਦੇ ਸਿਰ ਤੇ 47 ਦੇ ਗੁਨਾਹਾਂ ਦਾ ਪਿਆ ਭਾਰ ਕਫਾਰਾ ਕਰਨ ਨਾਲ, ਭੁੱਲ ਬਖਸ਼ਾਉਣ ਨਾਲ ਹੀ ਹਟ ਸਕਦਾ ਹੈ। ਬਰਤਾਨੀਆ, ਰੂਸ ਤੇ ਅਮਰੀਕਾ ਦੀਆਂ ਸਰਕਾਰਾਂ ਦੀਆਂ ਬਖਸ਼ਾਈਆਂ ਭੁੱਲਾਂ ਦਾ ਜ਼ਿਕਰ ਕਰਦਿਆਂ ਚੰਦਨ ਦਾ ਇਹ ਸ਼ਿਕਵਾ ਵੀ ਜਾਇਜ਼ ਹੈ ਕਿ ਤਾਰੀਖ ਦੇ ਖੁਆਰ ਕੀਤੇ ਪੰਜਾਬੀਆਂ ਦੀ ਮਰਕਜ਼ੀ ਅਖਲਾਕੀ ਅਥਾਰਟੀ ਕੋਈ ਨਹੀਂ। ਅਜਿਹੇ ਵਿੱਚ ਜੇ ਪੰਜਾਬੀ ਚਾਹੁਣ ਵੀ ਤਾਂ ਉਹਨਾਂ ਕੋਲ ਕੋਈ ਅਜਿਹੀ ਥਾਂ, ਅਥਾਰਟੀ ਨਹੀਂ ਜਿਹੜੀ ਇਹਨਾਂ ਨੂੰ ਇਸ ਬੋਝ ਤੋਂ ਮੁਕਤ ਕਰ ਸਕੇ। ਅਜਿਹੇ ਵਿੱਚ ਅਜੈ ਭਾਰਦਵਾਜ ਦੀ ਫਿਲਮ ਰੱਬਾ ਹੁਣ ਕੀ ਕਰੀਏ ਵਿੱਚ ਮੁਸਲਮਾਨਾਂ ਦੀ ਕਤਲਗਾਹ ਬਣੀ ਮਾਨਸਾ ਰੇਲਵੇ ਲਾਈਨ ਕੋਲ ਲਾਹੌਰੋਂ ਪੜ੍ਹੇ ਕਰਮ ਸਿੰਘ, ਪਾਕਿਸਤਾਨ ਦੇ ਡਿਪਟੀ ਅਟਾਰਨੀ ਜਨਰਲ ਮੁਹੰਮਦ ਖੁਰਸ਼ੀਦ ਖਾਨ ਤੇ ਪੰਜਾਬੀ ਭਵਨ ਲੁਧਿਆਣਾ ਵਿੱਚ ਇਕੱਠੇ ਹੋਏ ਪੰਜਾਬੀਆਂ ਦੇ ਮੁਆਫੀਨਾਮੇ ਪੰਜਾਬ ਨੂੰ ਆਪਣੇ ਗੁਨਾਹਾਂ ਦੇ ਬੋਝ ਤੋਂ ਥੋੜ੍ਹਾ ਮੁਕਤ ਜ਼ਰੂਰ ਕਰਦੇ ਹਨ। ਅਨਿਰੁੱਧ ਕੱਲਾ ਦੀਆਂ ਪੰਜਾਬ ਵੰਡ ਤੇ ਪਾਗਲਪਨ ਬਾਰੇ ਕਹਾਣੀਆਂ ਦੀ ਕਿਤਾਬ ਹੈ ਦ ਅਨਸੇਫ ਅਸਾਈਲਮ। ਇਸ ਦੀ ਪਲੇਠੀ ਕਹਾਣੀ ਹੈ ਮਾਫੀ ਦੀ ਲੋੜ ਨਹੀਂ। ਕਹਾਣੀ ਵਿੱਚ ਡਾਕਟਰ ਆਸਿਫ ਜੁਨੈਦ ਹੁਸੈਨ 47 ਵਿੱਚ ਕਤਲ ਹੋਏ ਆਪਣੇ ਪਿਤਾ ਦੇ ਕਾਤਲ ਨੂੰ ਮਿਲਣ ਲਈ ਪਾਕਿਸਤਾਨ ਤੋਂ ਹਿੰਦੁਸਤਾਨ ਆਉਂਦਾ ਹੈ। ਕਾਤਲ ਰਮਨੀਕ ਸਿੰਘ ਇਕਬਾਲ ਕਰਦਾ ਹੈ ਕਿ ਉਸਨੇ ਹੀ ਜੁਨੈਦ ਦੇ ਪਿਓ ਨੂੰ ਮਾਰਿਆ, ਹਾਲਾਂਕਿ ਉਹ ਕਤਲ ਹੋਏ ਬੰਦੇ ਨੂੰ ਜਾਣਦਾ ਤੱਕ ਨਹੀਂ ਸੀ। ਉਹ ਖੁਦ ਵੀ ਕਦੇ ਇਹ ਸਮਝ ਨਹੀਂ ਸਕਿਆ ਕਿ ਉਸਨੇ ਅਜਿਹਾ ਕਿਉਂ ਕੀਤਾ। ਇਹ ਕਹਿ ਕੇ ਉਹ ਬੱਚਿਆਂ ਵਾਂਗ ਫੁੱਟ-ਫੁੱਟ ਕੇ ਰੋਣ ਲੱਗਦਾ ਹੈ। ਕਹਾਣੀਕਾਰ ਲਿਖਦਾ ਹੈ, ਨਾ ਹੀ ਮਾਫੀ ਮੰਗਣ ਲਈ ਕਿਹਾ ਗਿਆ ਤੇ ਨਾ ਹੀ ਹੁਣ ਇਸ ਦੀ ਕੋਈ ਲੋੜ ਸੀ। ਜੁਨੈਦ ਪਾਕਿਸਤਾਨ ਪਰਤਣ ਤੋਂ ਪਹਿਲਾਂ ਦਰਬਾਰ ਸਾਹਿਬ ਜਾ ਕੇ ਰਮਨੀਕ ਸਿੰਘ ਲਈ ਦੁਆ ਕਰਦਾ ਹੈ ਕਿ ਅੱਜ ਦੀ ਰਾਤ ਉਸਨੂੰ ਚੈਨ ਦੀ ਨੀਂਦ ਨਸੀਬ ਹੋਵੇ। ਸਾਬਕਾ ਮੈਂਬਰ ਪਾਰਲੀਮੈਂਟ ਤੇ ਚੇਅਰਮੈਨ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀਜ਼ ਤਰਲੋਚਨ ਸਿੰਘ ਹੋਰਾਂ ਨਾਲ ਨਵੰਬਰ 2020 ਵਿੱਚ ਈਮੇਲ ਰਾਹੀਂ ਗੱਲਬਾਤ ਹੋਈ। ਉਹਨਾਂ ਨੇ ਲਿਖਿਆ, ਅਫਸੋਸ ਹੈ ਕਿ ਇਸ ਬਹਿਸ ਨਾਲ ਕੋਈ ਨਤੀਜਾ ਨਹੀਂ ਨਿਕਲਣਾ। ਕੌਣ ਮੁਆਫੀ ਮੰਗੇ ਤੇ ਕਿਹਦੇ ਕੋਲੋਂ? ਹੋਏ ਬੀਤੇ ਦੀਆਂ ਮੁਆਫੀਆਂ ਮੰਗਣ ਦਾ ਹੁਣ ਫੈਸ਼ਨ ਪੈ ਗਿਆ ਹੈ। ਕੀ ਫਾਇਦਾ ਹੈ ਇਹਦਾ? ਵਿਚਾਰੇ ਮਾਸਟਰ ਤਾਰਾ ਸਿੰਘ ਨੂੰ ਬਿਨ ਕਸੂਰੋਂ ਹੀ ਸਭ ਤੋਂ ਵੱਧ ਦੋਸ਼ ਦਿੱਤਾ ਜਾਂਦਾ ਹੈ। ਚੰਦਨ ਦਾ ਲੇਖ ਦੋਹਾਂ ਪਾਸਿਆਂ ਵੱਲ ਦੀ ਭਿਆਨਕਤਾ ਦਿਖਾਉਂਦਾ ਹੈ ਤੇ ਦੋਹਾਂ ਪਾਸਿਆਂ ਦੀ ਲੀਡਰਸ਼ਿਪ ਨੂੰ ਬਰਾਬਰ ਦਾ ਦੋਸ਼ ਦਿੰਦਾ ਹੈ। ਸੰਨ 47 ਵਿੱਚ ਜੋ ਹੋਇਆ ਉਹ ਮੈਂ ਅੱਖੀਂ ਵੇਖਿਆ ਹੈ। ਜਦ ਸਾਡੇ ਪਿੰਡ ਤੇ ਹੱਲਾ ਹੋਇਆ ਤਾਂ ਅਸੀਂ ਇਕੱਲੇ ਨੇ 2 ਦਿਨਾਂ ਤੱਕ ਟਾਕਰਾ ਕੀਤਾ। ਉਹਨਾਂ ਸਾਡਾ ਪਿੰਡ ਸਾੜ ਦਿੱਤਾ। ਸਤਿਗੁਰ ਦੀ ਮਿਹਰ ਸਦਕਾ ਫੌਜ ਵੇਲੇ ਸਿਰ ਆ ਗਈ ਤੇ ਸਾਡੀਆਂ ਜਾਨਾਂ ਬਚ ਗਈਆਂ। ਇਹ ਸਭ ਕੁਝ ਬੰਦ ਕਰੋ। ਐਸੇ ਭਿਆਨਕ ਦ੍ਰਿਸ਼ ਮੁੜ ਯਾਦ ਕਰਾਉਣ ਦੀ ਕੋਈ ਲੋੜ ਨਹੀਂ। ਸਾਰਾ ਦੋਸ਼ ਮੁਸਲਿਮ ਲੀਗ ਦਾ ਹੈ। 10 ਮਾਰਚ 1947 ਤੋਂ ਹੀ ਉਹਨਾਂ ਵੱਡੇ ਪੱਧਰ ਤੇ ਹਿੰਦੂਆਂ ਤੇ ਸਿੱਖਾਂ ਦੀ ਮਾਰ ਧਾੜ ਕਰਨੀ ਸ਼ੁਰੂ ਕਰ ਦਿੱਤੀ ਸੀ। ਚੜ੍ਹਦੇ ਪੰਜਾਬ ਵਾਲੇ ਪਾਸਿਓਂ ਸਿੱਖਾਂ ਦੀ ਬਦਲਾ ਲਊ ਕਾਰਵਾਈ 15 ਅਗਸਤ ਤੋਂ ਮਗਰੋਂ ਹੋਈ। ਪਾਕਿਸਤਾਨ ਵਿੱਚ ਹੁਣ ਲੋਕੀ ਸਿੱਖਾਂ ਨੂੰ ਦੋਸ਼ ਦੇਣ ਵਾਸਤੇ ਕਿਤਾਬਾਂ ਲਿਖ ਰਹੇ ਨੇ, ਜਦਕਿ ਦੇਰ ਦੇ ਚੁੱਪ ਬੈਠੇ ਸਿੱਖ ਲਿਖਾਰੀਆਂ ਨੇ ਆਪ ਇੱਕ ਅੱਖਰ ਤੱਕ ਨਹੀਂ ਲਿਖਿਆ। ਲੇਖਕ ਸੁਖਦੇਵ ਸਿੱਧੂ ਦਾ ਕਹਿਣਾ ਹੈ, ਆਪਣਾ ਦੁੱਖ ਜੂ ਸਾਂਝਾ ਹੈ। ਪੰਜਾਬ 1947 ਮਨ ਚੋਟ ਹੈ, ਬਹੁਤਿਆਂ ਲਈ ਗਮ ਚੋਟ ਹੈ। ਅਮਰਜੀਤ ਚੰਦਨ ਨੇ ਲੇਖ ਸ਼ੁਰੂ ਤੇ ਫੈਜ਼ ਦੀ ਬਾਦਲੀਲ ਨਜ਼ਮ ਨਾਲ ਕੀਤਾ ਹੈ ਤੇ ਅੰਤ ਵੀ ਉਨੇ ਸੁਘੜ ਸਵਾਲ ਕਰਕੇ ਕਰ ਦਿੱਤਾ ਹੈ।
ਅਖੀਰ 'ਚ ਤਾਂ ਗੇਂਦ ਨਿਰੀ ਪੰਜਾਬੀਆਂ ਦੇ ਪਾਲੇ ਵੱਲ ਨੂੰ ਕੀਤੀ ਹੈ। ਭਾਈ ਕੁਝ ਕਰ ਮਰ ਲਓ। ਦੁਨੀਆ ਭਾਂਤ-ਭਾਂਤ ਦੀ ਹੈ। ਜੇ ਨਿਹੱਥਿਆਂ ਤੇ ਬੇਕਸੂਰਾਂ ਨੂੰ ਮਾਰਨ ਵਾਲੇ ਨਿਰਦਈਆਂ ਦਾ ਕੋਈ ਹਿਸਾਬ ਨਹੀਂ, ਤਾਂ ਜਾਨ ਜੋਖੋਂ 'ਚ ਪਾ ਕੇ ਸਰਬੱਤ ਦਾ ਭਲਾ ਸੋਚਣ ਵਾਲਿਆਂ ਦਾ ਵੀ ਕੋਈ ਅੰਤ ਨਹੀਂ। ਕਿਸੇ ਵੀ ਫਲ ਦੀ ਆਸ ਕੀਤਿਆਂ ਬਗੈਰ ਲੋਕਾਂ ਦੀ ਰੱਖਿਆ ਕਰਨ ਵਾਲੇ ਵੀ ਲੋਕ ਸੀ। ਉਹ ਕਾਮਰੇਡ ਸਨ। ਸਾਡੇ ਪਿੰਡਾਂ ਲਾਗੇ ਕੋਟ ਬਾਦਲ ਖਾਨ ਤੇ ਤਲਵਣ 'ਚ ਸੁੱਖੀ ਸਾਂਦੀ ਵੱਸਦੀ ਵੱਡੀ ਮੁਸਲਮਾਨ ਲੋਕਾਈ ਸੀ। ਰੌਲਿਆਂ 'ਚ ਇਹਨਾਂ ਦੀ ਜਾਨ ਬਚਾਉਂਦਾ ਕਾਮਰੇਡ ਨਿੱਕਾ ਬੀਰ ਸਿੰਘ ਜਾਨ ਦੇ ਗਿਆ ਸੀ। ਨਿੱਕੇ ਬੀਰ ਸਿੰਘ ਕਈ ਸਨ। ਹੋਰ ਤਾਂ ਹੋਰ ਅਕਾਲ ਸੈਨਿਕਾਂ ਤਾਂ ਕਾਮਰੇਡ ਗਹਿਲ ਸਿੰਘ ਛੱਜਲ ਵੱਡੀ ਨੂੰ ਵੀ ਨਹੀਂ ਸੀ ਬਖਸ਼ਿਆ। ਜਿਨ੍ਹਾਂ ਉਮਰਾਂ ਨੰਗਲੀਆਂ ਨੇ ਕਫਾਰਾ ਕਰ ਲਿਆ, ਆਪਣਾ ਮਨ ਦਾ ਭਾਰ ਲਾ ਲਿਆ, ਅੰਤਲੇ ਸਾਹ ਸੌਖੇ ਨਿਕਲੇ ਹੋਣਗੇ। ਮੈਨੂੰ ਇੱਕ ਬਾਬਾ ਯਾਦ ਹੈ, ਹੁਣ ਇਸ ਦੁਨੀਆ 'ਚ ਤਾਂ ਹੈ ਨਹੀਂ। ਜਦ ਕਦੇ ਵੀ ਉਹਨੇ ਢਾਣੀ ਆ ਕੇ ਬਹਿਣਾ, ਛੇਤੀ ਕੇਸਾਂ 'ਚੋਂ ਕੰਘਾ ਕੱਢਣਾ ਤੇ ਲੱਤਾਂ ਬਾਹਾਂ 'ਤੇ ਫੇਰਨ ਲੱਗ ਜਾਣਾ, ਕਦੇ-ਕਦੇ ਬਹੁਤੇ ਜ਼ੋਰ ਨਾਲ। ਲਹੂ ਰਿਸਣ ਲੱਗਣਾ ਤਾਂ ਕਈਆਂ ਨੂੰ ਅਕਲਕਾਂਦ ਆ ਜਾਣੀ ਤੇ ਉਹ ਮੂੰਹ ਪਰਾਂ ਕਰ ਲੈਂਦੇ, ਕਈ ਤਾਂ ਉੱਠ ਕੇ ਤੁਰ ਜਾਂਦੇ। ਉਹਨੂੰ ਚੰਬਲ ਹੋਈ ਹੋਈ ਸੀ। ਕਿਸੇ ਨੇ ਕਹਿਣਾ, ਅਜੇ ਤਾਂ ਇਹਨੂੰ ਕੋਹੜ ਹੋਣਾ, ਰੌਲਿਆਂ 'ਚ ਇਹਨੇ ਨਿਹੱਥੇ ਮੁਸਲਮਾਨ ਮਾਰੇ ਹੋਏ ਆ। ਇਸ ਗੱਲ 'ਚ ਕਿੰਨੀ ਸੱਚਾਈ ਹੈ ਕਿ ਕਈਆਂ ਨੂੰ ਆਪਣਾ ਕੀਤਾ ਇੱਥੇ ਭੁਗਤਣਾ ਪੈਂਦਾ, ਕਈਆਂ ਨੂੰ ਅੱਗੇ ਜਾ ਕੇ। ਮੈਨੂੰ ਮਨੋਂ ਸਾਫ਼ ਹੋ ਕੇ ਕਫਾਰਾ ਕਰ ਲੈਣ ਨਾਲੋਂ ਕੋਈ ਵੱਡਾ ਹੱਲ ਨਹੀਂ ਦਿਸਦਾ। ਜਿਨ੍ਹਾਂ ਦੇ ਸਾਹ ਹਨ, ਉਹਨਾਂ ਕੋਲ ਸਵਾਸ ਛੱਡਣ ਤੋਂ ਪਹਿਲਾਂ ਮੌਕਾ ਹੈ। ਇਹਦਾ ਫਾਇਦਾ ਲੈ ਲੈਣ ਤਾਂ ਭਲਾ ਹੋਊ। ਪਰ ਤੁਰ ਗਿਆਂ ਦੀ ਥਾਂ ਸਿਆਣੀ ਗੱਲ ਕੌਣ ਕਰੂ? ਤਕਨੀਕੀ ਇਨਕਲਾਬ ਨਾਲ ਕਈ ਮੁਸ਼ਕਲਾਂ ਵੀ ਪੈਦਾ ਹੋ ਗਈਆਂ ਨੇ, ਪਰ ਸੌਖ ਵੀ ਹੋ ਗਈ ਹੈ। ਲਾਹੌਰ ਤੇ ਜਲੰਧਰ ਦੇ ਸੱਜਣ ਆਖਰੀ ਸਾਹਾਂ ਨੂੰ ਢੁੱਕੇ ਪੰਜਾਬੀ ਸਿਆਣਿਆਂ ਦੀਆਂ ਗੱਲਾਂ ਰਿਕਾਰਡ ਕਰ ਰਹੇ ਹਨ। ਇਹਨਾਂ 'ਚ ਸਭ ਤਰ੍ਹਾਂ ਦੀਆਂ ਕਹਾਣੀਆਂ ਹਨ, ਮਿੱਠੀਆਂ, ਖੱਟੀਆਂ ਤੇ ਥੂ ਕਰਨ ਵਾਲੀਆਂ ਕੌੜੀਆਂ। ਇਹਨਾਂ ਦੇ ਦੁੱਖ ਦੇਖੇ ਸੁਣੇ ਨਹੀਂ ਜਾਂਦੇ। ਇਹ ਗੱਲਾਂ ਸੁਣ ਕੇ ਮੈਂ ਕਦੇ-ਕਦੇ ਲਾਹੌਰੀਆਂ ਨੂੰ ਫੋਨ ਕਰ ਲੈਂਦਾ ਹਾਂ। ਉਹਨਾਂ ਨਾਲ ਮਾੜੀ ਹੋਈ ਕੀਤੀ ਦੀ ਮੁਆਫ਼ੀ ਮੰਗ ਲੈਂਦਾ ਹਾਂ। ਵਿੱਚ-ਵਿੱਚ ਕਈ ਪੁੱਛ ਲੈਂਦੇ ਨੇ, ਤੇਰੀ ਉਮਰ ਕਿੰਨੀ ਹੈ? ਮੈਂ ਦੱਸਦਾ ਹਾਂ ਕਿ ਮੇਰਾ ਜਨਮ ਰੌਲਿਆਂ ਤੋਂ 9-10 ਕੁ ਸਾਲ ਬਾਅਦ ਹੈ। ਮੇਰੇ ਘਰ ਦੇ ਵੀ ਲਾਇਲਪੁਰੋਂ ਉੱਜੜ ਕੇ ਆਏ ਸੀ। ਉਹ ਮੋੜ ਕੇ ਪੁੱਛਦੇ ਹਨ, ਤੇਰਾ ਕੀ ਕਸੂਰ? ਮਾਫ਼ੀ ਕਿਸ ਗੱਲ ਦੀ? ਮੈਂ ਆਖਦਾ ਹਾਂ, ਸਾਈਂ, ਆਪਣਾ ਦੁੱਖ ਜੂ ਸਾਂਝਾ ਹੈ। ਅਸੀਂ ਜਿਨ੍ਹਾਂ ਤੋਂ ਹਿਸਾਬ ਮੰਗ ਸਕਦੇ ਸੀ, ਉਹ ਤਾਂ ਹੁਣ ਹੈ ਵੀ ਨਹੀਂ। ਜੇ ਹੁੰਦੇ ਵੀ ਤਾਂ ਕੀ ਉਹ ਪੈਰਾਂ 'ਤੇ ਪਾਣੀ ਪੈਣ ਦਿੰਦੇ? ਇਹ ਜ਼ਖਮ ਪੰਜਾਬੀਆਂ ਦਾ ਹੈ। ਇਹਦਾ ਇਲਾਜ ਵੀ ਅਸੀਂ ਹੀ ਕਰਨਾ ਹੈ। ਕਵੀ ਸਵਾਮੀ ਅੰਤਰ ਨੀਰਵ ਲਿਖਦੇ ਨੇ, ਮਾਫ਼ੀਨਾਮਾ। ਪੁੰਛ ਦੇ ਪਿੰਡ ਕਸੱਲੀਆਂ ਵਿੱਚ ਰਹਿੰਦੇ ਮੇਰੇ ਨਾਨੇ ਨੇ ਆਪਣੀ ਜ਼ਮੀਨ ਵਿੱਚ ਲੱਗੇ ਜ਼ੈਤੂਨ ਦੇ ਰੁੱਖਾਂ ਹੇਠ ਵੱਡੀਆਂ-ਵੱਡੀਆਂ ਸਿਲਾਂ ਲਗਾ ਕੇ ਨਮਾਜ਼ੀਆਂ ਦੇ ਨਮਾਜ਼ ਪੜ੍ਹਨ ਲਈ ਥਾਂ ਬਣਾਈ ਹੋਈ ਸੀ। ਕੋਲ ਉਜ਼ੂ ਵਾਸਤੇ ਪਾਣੀ ਦਾ ਘੜਾ ਵੀ ਰੱਖਿਆ ਰਹਿੰਦਾ ਸੀ। ਨਾਨਾ ਸਾਫ਼-ਸਫਾਈ ਕਰਕੇ ਉਸ ਥਾਂ ਨੂੰ ਹਰ ਹਾਲ ਵਿੱਚ ਸੁਖਾਵੀਂ ਬਣਾਈ ਰੱਖਦਾ, ਜਦੋਂ ਕਿ ਅਸੀਂ ਨਹਾਉਣ ਧੋਣ ਲਈ ਨਾਲ ਹੀ ਵਗਦੇ ਪਹਾੜੀ ਨਾਲੇ ਉੱਤੇ ਚਲੇ ਜਾਂਦੇ। ਪਰ ਨਾਨਾ ਨਮਾਜ਼ੀਆਂ ਦੇ ਉਜ਼ੂ ਵਾਸਤੇ ਪੀਣ ਵਾਲਾ ਪਾਣੀ ਜਰੀ ਕੈਨ ਵਿੱਚ ਘਰ ਤੋਂ 2 ਮੀਲ ਦੀ ਵਿੱਥ ਉੱਤੇ ਮੌਜੂਦ ਨਾੜ ਤੋਂ ਚੁੱਕ ਕੇ ਲੈ ਆਉਂਦਾ। ਰਮਜ਼ਾਨ ਦੇ ਮਹੀਨੇ ਵਿੱਚ ਤਾਂ ਦਿਨ ਦੇ 4-4 ਚੱਕਰ ਵੀ ਲਗਾ ਲੈਂਦਾ। ਅਖੇ ਨਾਲੇ ਵਾਲਾ ਪਾਣੀ ਸਾਫ਼ ਨਹੀਂ ਹੈ। ਇਬਾਦਤ ਲਈ ਪਾਕੀਜ਼ਗੀ ਜ਼ਰੂਰੀ ਹੈ, ਨਹੀਂ ਤਾਂ ਨਮਾਜ਼ ਨਹੀਂ ਆਵੇਗੀ। ਉਹ ਰਮਜ਼ਾਨ ਵੇਲੇ ਮਾਸ ਵੀ ਨਹੀਂ ਸੀ ਖਾਂਦਾ। ਕੁੱਠਾ ਤਾਂ ਉਹ ਖਾਵੇਗਾ ਨਹੀਂ, ਝਟਕਾ ਖਾ ਕੇ ਪਾਣੀ ਲਿਆ ਕੇ ਉਹਨਾਂ ਦੀ ਨਮਾਜ਼ ਵੀ ਹਰਾਮ ਨਹੀਂ ਕਰੇਗਾ। ਉਹ ਕੁਰਾਨ ਨੂੰ ਵੀ ਗੁਟਕੇ ਵਾਂਗ ਹੀ ਮੱਥਾ ਟੇਕਦਾ, ਰੱਬ ਦੀਆਂ ਹੀ ਗੱਲਾਂ ਆਖਦਾ ਸੀ। ਸਾਰੇ ਨਾਨੇ ਨੂੰ ਛੇੜਦੇ ਕਿ ਇਹਨਾਂ ਮੁਸਲਮਾਨਾਂ ਹੀ 47 ਵੇਲੇ ਤੁਹਾਨੂੰ ਤੁਹਾਡੀ ਭੋਏ ਪਿੰਡ ਦੋਥਾਨ ਤੋਂ ਭਜਾ ਕੇ ਰਫੂਜੀ ਬਣਾਇਆ ਹੈ। ਫਿਰ ਵੀ ਤੁਸੀਂ? ਉਹ ਬੜੀ ਹਲੀਮੀ ਨਾਲ ਕਹਿੰਦਾ, ਕੁੱਤੀ ਘੜੀ ਕਿਸੇ ਉੱਤੇ ਵੀ ਕਾਬਜ਼ ਹੋ ਸਕਦੀ ਹੈ। ਉਂਝ ਆਦਮੀ ਨੇਕੀ ਦਾ ਹੀ ਪਾਲਿਆ ਹੋਇਆ ਹੈ। ਉਹ ਆਪਣੇ ਲਕੀਰੋਂ ਪਾਰ ਦੇ ਦੋਸਤਾਂ ਨੂੰ ਯਾਦ ਕਰਦਾ ਗੱਚ-ਗੱਚ ਹੋ ਜਾਂਦਾ। ਉਸ ਕਦੀ ਗੁੱਸਾ ਨਹੀਂ ਕੀਤਾ, ਸ਼ਾਂਤ ਜੀਵਿਆ ਤੇ ਬੇਹੱਦ ਸਕੂਨ ਨਾਲ ਮਰਿਆ ਵੀ। ਉਸਨੂੰ ਤਾਂ ਸ਼ਹਿਰ ਸਾਂਝੇ ਸ਼ਮਸ਼ਾਨ ਵਿੱਚ ਫੂਕ ਦਿੱਤਾ ਗਿਆ ਸੀ, ਪਰ ਉਸਦੇ ਮੁਸਲਮਾਨ ਦੋਸਤ ਉਸਦੀ ਬੈਠਣ ਦੀ ਜਗ੍ਹਾ ਨੂੰ ਹੀ ਉਸਦੀ ਕਬਰ ਮੰਨ ਕੇ ਆਂਦੇ ਜਾਂਦੇ ਰੁਕ ਕੇ ਫਾਤਿਹਾ ਪੜ੍ਹਦੇ ਰਹੇ। ਫਿਰ ਮਕਾਨ ਦੇ ਪੱਕੇ ਹੋ ਜਾਣ ਨਾਲ ਉਹ ਕਬਰ ਵੀ ਉੱਜੜ ਗਈ। ਦੂਜੇ ਪਾਸੇ ਉਧਰੋਂ ਰਾਵਲਾ ਕੋਟ ਦੇ ਪਿੰਡ ਮਲਸਾਈ ਕੋਟ ਤੋਂ ਉੱਜੜ ਕੇ ਆਏ ਮੇਰੇ ਦਾਦੇ ਨੇ ਕਿਸੇ ਨੂੰ ਮੁਆਫ਼ ਨਹੀਂ ਸੀ ਕੀਤਾ। ਉਹ ਆਖਰ ਵੇਲੇ ਤੱਕ ਬਹੁਤ ਗੁੱਸਾ ਕਰਦਾ ਸੀ, ਬਹੁਤ ਗੁੱਸਾ। ਉਸਦਾ ਪਿਆਰ ਵੀ ਸਾਨੂੰ ਗੁੱਸੇ ਵਾਂਗ ਹੀ ਲੱਗਦਾ ਸੀ। ਗਲਤ ਤਾਂ ਉਹ ਵੀ ਨਹੀਂ ਸੀ। ਰੱਜੇ ਪੁੱਜੇ ਘਰ ਦੇ ਨੂੰ 47 ਵੇਲੇ ਇੱਧਰ ਆ ਕੇ ਹੱਡ ਬਾਲਣੇ ਪਏ ਸਨ। ਮੈਨੂੰ ਬਹੁਤ ਵਾਰ ਲੱਗਦਾ ਕਿ ਉਹ ਆਪਣੇ ਆਪ ਨੂੰ ਵੀ ਕਦੀ ਮਾਫ਼ ਨਹੀਂ ਸੀ ਕਰ ਸਕਿਆ। ਮੇਰੇ ਕੋਲ ਦੋਵਾਂ ਦਾ ਵਿਰਸਾ ਹੈ। ਪ੍ਰੀਤ ਲੜੀ ਵਿੱਚ ਅਮਰਜੀਤ ਚੰਦਨ ਹੋਰਾਂ ਦਾ ਸੰਨ 47 ਦੇ ਗੁਨਾਹਾਂ ਦਾ ਲੇਖਾ ਪੜ੍ਹ ਕੇ ਮਿੱਠੀ ਜਿਹੀ ਪਰੇਸ਼ਾਨੀ ਮੇਰੇ ਨਾਲ ਤੁਰਨ ਲੱਗ ਪਈ ਹੈ। ਮੈਨੂੰ ਲੱਗਦਾ ਅੱਗੇ ਹੀ ਬਹੁਤ ਦੇਰ ਹੋ ਗਈ ਹੈ। ਮੈਂ ਦਾਦੇ ਵੱਲੋਂ ਉਹਨਾਂ ਸਭਨਾਂ ਤੋਂ ਮਾਫ਼ੀ ਮੰਗਦਾ ਹਾਂ ਜਿਨ੍ਹਾਂ ਨੂੰ ਉਹ ਕਦੀ ਮਾਫ਼ ਨਹੀਂ ਕਰ ਸਕਿਆ। ਤੁਸੀਂ ਸੁਣ ਰਹੇ ਸੋ ਅਮਰਜੀਤ ਚੰਦਨ ਦਾ ਲਿਖਿਆ ਲੇਖ ਸੰਨ 47 ਦੇ ਗੁਨਾਹਾਂ ਦਾ ਲੇਖਾ ਅਤੇ ਇਸ ਲੇਖ ਬਾਰੇ ਵੱਖ-ਵੱਖ ਰਾਵਾਂ।
ਅਜਿਹਾ ਹੋਰ ਕੰਟੈਂਟ ਸੁਣਨ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਨਾਲ ਇਸ ਚੈਨਲ ਬਾਰੇ ਗੱਲ ਜ਼ਰੂਰ ਕਰਨਾ।